we'll take 2 to 3 lectures more ਤਾਂ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਕੰਪਲੀਟ ਕਰ ਪਾਵਾਂਗੇ। तो let's begin with the topic central government। ਇਹ ਤੁਸੀਂ ਦੇਖ ਰਹੇ ਹੋਗੇ ਪਿਕਚਰ ਦੇ ਵਿੱਚ central government, this is legislature, this is executive and this is judiciary। ठीक है जी। तो 3 पार्ट है सेंट्रल गवर्नमेंट के। ऑर्गन्स ऑफ द गवर्नमेंट भी कहते हैं, ठीक है जी। ऑर्गन्स ऑफ द सेंट्रल गवर्नमेंट भी कहते हैं। तो ऑर्गन्स ऑफ द सेंट्रल गवर्नमेंट ਜਿਹੜੇ ਸਾਡੇ ਕੋਲ ਹੈ, नंबर 1 इज ਜਿਹੜਾ ਤੁਹਾਨੂੰ ਮੈਂ ਦੱਸਿਆ ਲੈਜਿਸਲੇਚਰ ਹੈ, ਸੈਕੰਡ ਇਜ਼ ਐਗਜ਼ੀਕਿਊਟਿਵ, ਥਰਡ ਵਨ ਇਜ਼ ਜੁਡੀਸ਼ਰੀ। ਠੀਕ ਹੈ ਜੀ। ਜਿਹਨੂੰ ਤੁਸੀਂ ਕਹਿੰਦੇ ਆ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਤੁਸੀਂ ਟੌਪਿਕ ਪੜ੍ਹੇ ਹੋਏ ਹੈ 10th ਕਲਾਸ ਦੇ ਵਿੱਚ। ਤੇ ਇਹ ਜਿਹੜਾ ਲੈਜਿਸਲੇਚਰ ਹੈ, ਜਿਹੜਾ ਤੁਹਾਡਾ ਹੈਗਾ ਵਿਧਾਨ ਪਾਲਿਕਾ, ਇਟ ਕੰਸਿਸਟ ਆਫ, ਅੱਗੇ ਤੁਸੀਂ ਦੇਖੋਗੇ ਪਾਰਲੀਮੈਂਟ। ਠੀਕ ਹੈ ਜੀ। पार्लियामेंट यानी कि संसद। विधान पालिका जिहड़ी है अगे वो संसद दे विच वंडी है, और संसद दे अगे देखो फिर 3 पार्ट किते है। वन इज लोक सभा, अनदर इज राज्य सभा एंड द प्रेजिडेंट। ये तीनों ही मिल के पार्लीमेंट बनाते हैं। ते सानू भी भुलेखा हुंदा है कि कल्ली लोक सभा और राज्य सभा नूं इंक्लूडिंग प्रेजिडेंट, ਜਿਹੜੇ देश के राष्ट्रपति हैं जिन्हां दे नाम ते हु इज द नॉमिनल हैड, नाम मात्र दे चाहे हैं लेकिन उन्हां दे नाम ते देश चलाया जाता है। लेकिन ਜਿਹੜੇ ਇਹ ਕਾਨੂੰਨ ਬਣਾਉਂਦੇ ਹੈ ਜਿਹੜੇ ਵਿਧਾਨ ਪਾਲਿਕਾ, ਉਹਦੇ ਉੱਤੇ ਸਿਗਨੇਚਰ ਜਿਹੜੇ ਉਹ ਪ੍ਰੈਜ਼ੀਡੈਂਟ ਦੇ ਹੁੰਦੇ, ਫਿਰ ਉਹ ਲਾਗੂ ਕਾਨੂੰਨ ਬਣਦਾ। तो he is the integral part of, important part of, pivotal part of parliament। ठीक है जी। सो लेजिस्लेटिव विधान पालिका, अगे संसद, संसद ਦੇ 3 अंग लोक सभा, राज्य सभा ਤੇ राष्ट्रपति। then comes executive। तो execute ਦਾ मतलब ਕੀ ਹੁੰਦਾ, ਜਿਹੜਾ ਕਾਨੂੰਨ ਬਣਾਇਆ ਉਹਨੂੰ ਲਾਗੂ ਕਰਨਾ। ਠੀਕ ਹੈ ਜੀ। तो ਜਿਹੜਾ ਕਾਨੂੰਨ ਬਣਾਇਆ ਉਹਨੂੰ ਲਾਗੂ ਕਰਨਾ, ਉਹਦੇ ਵਿੱਚ ਕੌਣ ਹੋਊਗਾ, ਪ੍ਰੈਜ਼ੀਡੈਂਟ ਇਹ 'ਚ ਵੀ ਹੋਣਗੇ, ਉਪ ਰਾਸ਼ਟਰਪਤੀ, ਵਾਈਸ ਪ੍ਰੈਜ਼ੀਡੈਂਟ ਵੀ ਹੋਣਗੇ, then ਪ੍ਰਾਈਮ ਮਿਨਿਸਟਰ। ਠੀਕ ਹੈ। ਜਿਹੜੇ ਅਸਲ ਸਾਡੇ ਮੁਖੀ ਹੈਗੇ ਦੇਸ਼ ਦੇ, ਜਿਹੜਾ ਕਿ ਇਹਨਾਂ ਨੂੰ ਸਭ ਤੋਂ ਜ਼ਿਆਦਾ ਲਾਗੂ ਕਰਵਾਉਣ 'ਚ ਮਦਦ ਕਰਦੇ ਆ। ਐਂਡ ਕਾਉਂਸਲ ਆਫ, COM ਮੀਨਸ ਕਾਉਂਸਲ ਆਫ ਮਿਨਿਸਟਰ। ਇਹਨਾਂ ਦੇ ਇਹ ਤਾਂ ਪ੍ਰਧਾਨ ਮੰਤਰੀ, ਇਹਨਾਂ ਦੇ ਅਧੀਨ ਜਿਹੜੇ ਹੈ ਕੈਬਨਿਟ ਮੰਤਰੀ, ਰਾਜ ਮੰਤਰੀ, ਠੀਕ ਹੈ, ਔਰ ਉਪ ਮੰਤਰੀ, 3 ਪ੍ਰਕਾਰ ਦੇ ਮੰਤਰੀ ਹੁੰਦੇ ਆ। ਉਹ ਅਲੱਗ-ਅਲੱਗ ਕੈਟੇਗਰੀ ਹੈਗੀ ਹੈ 3 ਮੰਤਰੀਆਂ ਦੀ, ਉਹ ਇਹ 'ਚ ਆਏਗਾ। तो ਕਾਉਂਸਲ ਆਫ ਮਿਨਿਸਟਰ ਹੁੰਦੀ ਹੈ ਇਹਨਾਂ ਦੀ ਮਦਦ ਲਈ। तो ਇਸ ਤਰ੍ਹਾਂ ਇਹ ਕਾਨੂੰਨ ਨੂੰ ਸਾਰੇ ਰਲ ਮਿਲ ਕੇ ਲਾਗੂ ਜਿਹੜਾ ਹੈ ਕਰਾਉਂਦੇ ਆ। ਅੱਛਾ, ਉਸ ਤੋਂ ਬਾਅਦ ਕਾਨੂੰਨ ਲਾਗੂ ਹੋਣ ਤੋਂ ਬਾਅਦ ਜਦ ਇਹ ਕਾਨੂੰਨ ਬਣ ਜਾਂਦਾ ਹੈ ਸੰਸਦ ਦੇ ਵਿੱਚ, ਦੋਨੋਂ ਸਦਨਾਂ 'ਚ ਪਾਸ ਹੋ ਗਏ, ਤੇ ਫਿਰ ਇਹ ਫੀਲਡ 'ਚ ਆ ਜਾਂਦਾ ਹੈ ਕਾਨੂੰਨ। ਫੀਲਡ 'ਚ ਮਤਲਬ ਕਿ ਸੰਸਦ ਦੇ ਕਨਸਟੀਟਿਊਸ਼ਨ ਦੇ ਵਿੱਚ ਵੀ ਤੇ ਆ ਗਿਆ, ਲੇਕਿਨ ਉਹਨੂੰ ਲਾਗੂ ਵੀ ਤਾਂ ਕਿਤੇ ਕਰਨਾ ਨਾ। ਲਾਗੂ ਕਿੱਥੇ ਕਰਨਾ ਹੈ, ਲੋਕਾਂ ਦੇ ਉੱਤੇ ਹੋਊਗਾ ਜਾਂ ਫੀਲਡ ਦੇ ਉੱਤੇ ਹੋਊਗਾ। ਤੇ ਹੁਣ ਉਹ ਜਿਹੜੇ ਕਾਨੂੰਨਾਂ ਦੀ ਜਿਹੜੀ ਉਲੰਘਣਾ ਕਰਦਾ ਹੈ, ਫਿਰ ਉਹ ਜਿਹੜੀ ਉਲੰਘਣਾ ਕਰਦਾ ਹੈ ਉਹ ਕੰਮ ਕਾਊਂਟ ਕਰਦਾ ਹੈ, ਉਲੰਘਣਾ ਨੂੰ ਸਜ਼ਾ ਦੇਣ ਦਾ ਜੁਡੀਸ਼ਰੀ ਕਰਦੀ ਹੈ। ਔਰ ਜੁਡੀਸ਼ਰੀ 'ਚ ਜਿਹੜਾ ਹੈਗਾ ਸੈਂਟਰਲ ਗਵਰਨਮੈਂਟ 'ਚ ਅਸੀਂ ਸੁਪਰੀਮ ਕੋਰਟ ਪੜ੍ਹ ਰਹੇ, ਪਰ ਤੁਹਾਨੂੰ ਪਤਾ ਹਾਈ ਕੋਰਟ ਵੀ ਹੁੰਦੀ ਹੈ, ਦੈਨ ਡਿਸਟ੍ਰਿਕਟ ਕੋਰਟਸ ਵੀ ਹੁੰਦੀਆਂ। ਠੀਕ ਹੈ ਜੀ। ਪੰਚਾਇਤਸ ਵੀ ਹੁੰਦੀਆਂ ਜਿੱਥੇ ਤੁਹਾਡਾ ਝਗੜੇ ਮਸਲੇ ਹੱਲ ਹੁੰਦੇ ਆ। ਲੇਕਿਨ ਜਿਹੜਾ ਜੁਡੀਸ਼ਰੀ ਹੈਗਾ ਇਹਦਾ ਮੇਨ ਪਾਰਟ ਇਜ਼ ਸੁਪਰੀਮ ਕੋਰਟ। ਸੁਪਰੀਮ ਕੋਰਟ, ਠੀਕ ਹੈ ਜੀ। तो ਇਹ ਆਰਗਨਸ ਆਫ ਸੈਂਟਰਲ ਗਵਰਨਮੈਂਟ ਹੈ, ਇਹ ਸਾਰਾ ਹੀ ਆਪਾਂ ਪੜ੍ਹਨੇ ਹੈ, ਔਰ ਇਸ ਕਰਕੇ ਟੌਪਿਕ ਥੋੜਾ ਲੰਬਾ ਹੋ ਜਾਂਦਾ। तो ਇਹ ਆਰਗਨਸ ਆਫ ਸੈਂਟਰਲ ਗਵਰਨਮੈਂਟ ਸੀਗੇ। ਹੁਣ ਸਟਾਰਟ ਕਰਾਂਗੇ ਆਪਾਂ। ਪਹਿਲਾ ਏਜੰਡਾ ਜਿਹੜਾ ਸੀਗਾ ਉਹ ਸਾਡਾ ਸੀਗਾ ਕਾਨੂੰਨ ਬਣਾਉਣ ਦਾ, ਲੈਜਿਸਲੇਚਰ ਦਾ। तो ਲੈਜਿਸਲੇਚਰ ਸਭ ਤੋਂ ਪਹਿਲਾਂ ਕਰਾਂਗੇ ਵਾਟ ਇਜ਼ ਗਵਰਨਮੈਂਟ, ਸਰਕਾਰ ਕੀ ਹੁੰਦੀ ਹੈ। ਉਸ ਤੋਂ ਬਾਅਦ ਫਾਰਮੇਸ਼ਨ ਆਫ ਲੋਕ ਸਭਾ, ਫਾਰਮੇਸ਼ਨ ਆਫ ਰਾਜ ਸਭਾ, ਪਾਵਰਸ ਐਂਡ ਫੰਕਸ਼ਨਸ ਆਫ ਪਾਰਲੀਮੈਂਟ, ਸੰਸਦ ਦੀ ਸ਼ਕਤੀਆਂ ਅਤੇ ਉਹਨਾਂ ਦਾ ਕੰਮ, ਕੀ ਕੰਮ ਕਰਦੇ ਹੈ, ਲੋਕ ਸਭਾ ਦੀ ਸ਼ਕਤੀਆਂ ਤੇ ਕੰਮ, ਔਰ ਰਾਜ ਸਭਾ ਦੀ ਸ਼ਕਤੀਆਂ ਤੇ ਕੰਮ। तो यानी कि कुल मिला के ਇਹਦੇ ਵਿੱਚ ਆਪਾਂ ਲੋਕ ਸਭਾ, ਰਾਜ ਸਭਾ ਔਰ ਪਾਰਲੀਮੈਂਟ ਯਾਨੀ ਕਿ ਸੰਸਦ ਦਾ ਕਰਾਂਗੇ। ਹੁਣ ਇੱਥੇ ਵੀ ਤੁਸੀਂ ਦੇਖ ਰਹੇ ਹੋ ਆ ਸੰਸਦ ਦਾ ਕਨਸਟੀਟਿਊਸ਼ਨ ਬਣ ਰਿਹਾ ਹੈ। ਇਹ ਦੇਖੋ, ਇਹ ਲੈਜਿਸਲੇਟਰ, ਐਗਜ਼ੀਕਿਊਟਿਵ ਹੈ, ਜੁਡੀਸ਼ੀਅਲ ਹੈ। ਲੈਜਿਸਲੇਟਰ ਦੇ ਵਿੱਚ ਕਾਨੂੰਨ ਬਣਾਇਆ ਕਿੰਨੇ ਬਣਾਇਆ, ਲੋਕ ਸਭਾ ਨੇ ਬਣਾਇਆ, ਰਾਜ ਸਭਾ ਨੇ ਬਣਾਇਆ, ਪਾਰਲੀਮੈਂਟ। ਠੀਕ ਹੈ। ਸੋ ਇਹ ਸਾਰਾ ਆਪਾਂ ਇਹ 'ਚ ਕਰਾਂਗੇ। ਇਹ ਸਾਡਾ ਇਸ ਏਜੰਡੇ ਦੇ ਵਿੱਚ ਹੈਗਾ। ਦੂਸਰਾ ਜਿਹੜਾ ਏਜੰਡਾ ਸੀ ਸਾਡਾ ਉਹ ਸੀਗਾ
ਐਗਜ਼ੀਕਿਊਟਿਵ ਦਾ, ਜਿਹੜਾ ਇਹਨੂੰ ਐਗਜ਼ੀਕਿਊਟ ਕਰਦਾ। ਹੁਣ ਤੁਸੀਂ ਦੇਖੋ ਐਗਜ਼ੀਕਿਊਟ ਕੌਣ ਕਰ ਰਿਹਾ ਇਹਦੇ ਵਿੱਚ? ਪ੍ਰੈਜ਼ੀਡੈਂਟ ਹਨ, ਉਸ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਹਨ, ਠੀਕ ਹੈ ਜੀ। ਦੈਨ ਪ੍ਰਾਈਮ ਮਿਨਿਸਟਰ ਐਂਡ ਕਾਉਂਸਲ ਆਫ ਮਿਨਿਸਟਰ, ਇਹ ਹੋਰ ਮੰਤਰੀ ਹੈ ਜਿਹੜੇ ਇਹਨਾਂ ਦੀ ਮਦਦ ਕਰਦੇ ਹਨ। ਇਹ ਸਾਰੇ ਮਿਲ ਕੇ ਜਿਹੜੇ ਹੈ ਉਹ ਐਗਜ਼ੀਕਿਊਟਿਵ ਦਾ ਪਾਰਟ ਹਨ। ਤੋ ਪ੍ਰੈਜ਼ੀਡੈਂਟ ਹੋ ਗਏ, ਪਾਵਰਸ ਐਂਡ ਫੰਕਸ਼ਨ ਆਫ ਪ੍ਰੈਜ਼ੀਡੈਂਟ ਪੜਾਂਗੇ। ਵਾਈਸ ਪ੍ਰੈਜ਼ੀਡੈਂਟ ਬਹੁਤ ਮਤਲਬ ਕਿ ਇਹਨਾਂ ਦੇ ਬਾਰੇ ਜ਼ਿਆਦਾ ਨਹੀਂ ਹੈ ਸੰਵਿਧਾਨ ਦੇ ਵਿੱਚ, ਪਰ ਫਿਰ ਵੀ ਜੇ ਟਾਈਮ ਮਿਲਿਆ ਤਾਂ ਪੜਾਂਗੇ। ਪ੍ਰਾਈਮ ਮਿਨਿਸਟਰ ਇੰਪੋਰਟੈਂਟ ਪਾਰਟ, ਇਹਨਾਂ ਦੇ ਬਾਰੇ ਪੜਾਂਗੇ। ਕਾਉਂਸਲ ਆਫ ਮਿਨਿਸਟਰ ਐਂਡ ਪਾਵਰਸ ਆਫ ਕੈਬਨਿਟ ਵਗੈਰਾ, ਇਹ ਸਾਰੇ ਟੌਪਿਕ ਆਪਾਂ ਕਵਰ ਕਰਾਂਗੇ। ਥਰਡ ਜਿਹੜਾ ਏਜੰਡਾ ਸੀਗਾ, ਜਿਹੜਾ ਥਰਡ ਪਾਰਟ ਸੀਗਾ ਸਾਡਾ, ਦੈਟ ਇਜ਼ ਜੁਡੀਸ਼ਰੀ, ਠੀਕ ਹੈ ਜੀ। ਇਸ ਜੁਡੀਸ਼ਰੀ ਵਿੱਚ ਆਪਾਂ ਪੜਾਂਗੇ ਸੁਪਰੀਮ ਕੋਰਟ, ਠੀਕ ਹੈ, ਕੀ ਹੁੰਦੀ ਹੈ, ਕਿਸ ਤਰ੍ਹਾਂ ਇਹਦਾ ਅਪਾਇੰਟਮੈਂਟ ਹੁੰਦੀ, ਇਸ਼ੂਜ਼ ਲਵਾਂਗੇ। ਲਓ ਜੀ, ਫਸਟ ਪਾਰਟ ਇਜ਼ ਵਾਟ ਇਜ਼ ਗਵਰਨਮੈਂਟ। ਹੁਣ government according to Garner has defined definition of government as government is such an agency or machine through which a state's policies are determined। तो सब तो पहला कि गवर्न करना, देश चलाना, वो जड़ा देश चलाना है वो गवर्नमेंट करती है। तो की करती है? एक ऐसी मशीन है ਜਿਹੜੀ ਕਿ policies ਬਣਾਉਂਦੀ ਹੈ ਔਰ ਜਿਹੜੇ ਤੁਹਾਡੇ ਦੇਸ਼ ਦੇ ਇਸ਼ੂਜ਼ ਹੈ, ਸਮੱਸਿਆਵਾਂ ਹਨ, ਉਹਨਾਂ ਨੂੰ ਹੱਲ ਕਰਨ ਦਾ, ਉਹਨਾਂ ਨੂੰ ਕੰਟਰੋਲ ਕਰਨ ਦਾ, ਰੈਗੂਲਰਾਈਜ਼ ਕਰਨ ਦਾ ਕੰਮ ਕਰਦੀ ਹੈ। ਐਂਡ ਆਫ ਕੋਰਸ ਪਬਲਿਕ ਵੈਲਫੇਅਰ, ਪਬਲਿਕ ਵੈਲਫੇਅਰ ਮਤਲਬ ਸਾਡਾ ਲੋਕਾਂ ਦਾ ਕਲਿਆਣ, ਲੋਕ ਕਲਿਆਣ ਤੁਸੀਂ ਕਹਿੰਦੇ ਹੋ ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ, ਉਹ ਜਿਹੜਾ ਹੈ ਕਰਦੀ ਹੈ। ਤੋ ਇਹ ਸਰਕਾਰ ਕਰਦੀ ਹੈ। ਤੁਸੀਂ ਦੇਖਿਆ ਹੋਊਗਾ ਸਰਕਾਰ ਲੋਕ ਕਲਿਆਣ ਦੇ ਕੰਮ ਵੀ ਕਰਦੀ, ਲੋਕ ਕਲਿਆਣ ਦੇ ਕੰਮ ਵੀ ਕਰਦੀ ਹੈ, ਸਾਡੀ ਸਮੱਸਿਆ ਨੂੰ ਵੀ ਸੁਣਦੀ ਹੈ। ਸਾਡੇ ਰਿਪਰੈਜ਼ੈਂਟੇਟਿਵ ਨੂੰ ਅਸੀਂ ਦੱਸਦੇ ਹਾਂ ਕਿ ਸੰਸਦ ਦੇ ਵਿੱਚ ਜਾਂ ਹੋਰ ਕਿਤੇ ਵਿਧਾਨ ਸਭਾ ਦੇ ਵਿੱਚ ਜਾਂ ਜਿੱਥੇ ਵਿਧਾਨ ਸਭਾ ਵਿਧਾਨ ਪਾਲਿਕਾ ਦੋਨਾਂ ਉੱਥੇ ਸਾਡੀਆਂ ਸਮੱਸਿਆ ਨੂੰ ਜਿਹੜਾ ਉਠਾਉਂਦੇ ਹੈਗੇ ਤੇ ਇਸ ਤਰ੍ਹਾਂ ਜਿਹੜੀ ਹੈ ਕਰਦੇ। ਉਹ ਇਹ ਤਾਂ ਗਵਰਨਮੈਂਟ ਬਾਰੇ ਸੀਗਾ। ਹੁਣ ਇਹਦੇ ਫੰਕਸ਼ਨਸ ਦੇਖੀਏ ਤਾਂ ਫੰਕਸ਼ਨਸ ਕੀ ਹੈਗਾ? ਨੰਬਰ 1 ਫੰਕਸ਼ਨ ਇਜ਼ ਰਨਿੰਗ ਦਾ ਕੰਟਰੀ। ਸਭ ਤੋਂ ਪਹਿਲਾਂ ਤਾਂ ਕੀ ਕਰੇਗੀ ਸੈਂਟਰਲ ਗਵਰਨਮੈਂਟ? ਦੇਸ਼ ਚਲਾਉਂਦੀ ਹੈ, ਠੀਕ ਹੈ ਜੀ। ਦੈਨ ਕਮਸ ਮੇਨਟੇਨਿੰਗ ਪੀਸ ਐਂਡ ਸਿਕਿਉਰਿਟੀ। ਹੁਣ ਦੇਸ਼ ਦੇ ਚਾਹੇ ਉਹ ਮੇਨਟੇਨੈਂਸ ਐਂਡ ਪੀਸ ਦੇਸ਼ ਦੇ ਬਾਰਡਰਸ ਤੇ ਹੋਏ, ਚਾਹੇ ਇੰਟਰਨਲ ਹੋਏ, ਠੀਕ ਹੈ, ਚਾਹੇ ਰਾਜਾਂ 'ਚ ਹੋਵੇ, ਚਾਹੇ ਦੇਸ਼ ਦੀ ਜਿਹੜੀ ਇੰਟਰਨੈਸ਼ਨਲ ਬਾਉਂਡਰੀ ਉੱਤੇ ਹੋਵੇ। ਤੇ ਇਹ ਜਿਹੜੀ ਹੈਗੀ ਹੈ ਸਾਡੀ ਕੇਂਦਰ ਸਰਕਾਰ ਦਾ ਕੰਮ ਹੈ ਟੂ ਮੇਨਟੇਨ ਪੀਸ ਐਂਡ ਸਿਕਿਉਰਿਟੀ। ਹੁਣ ਤੁਸੀਂ ਦੇਖੋਗੇ ਕਿ ਸਾਡੇ ਜਿਹੜੇ ਬਾਰਡਰ ਹੈਗੇ ਆ, ਖਾਸ ਕਰ ਜਿਹੜੇ ਪਾਕਿਸਤਾਨ ਹੈ ਐਂਡ ਵਿਦ ਚਾਈਨਾ, ਤੋਂ ਟੈਨਸ਼ਨਸ ਵਾਲੇ ਹੈ, ਠੀਕ ਹੈ ਨਾ। ਤਾਂ ਸਾਡੀਆਂ ਦੇਖੋ ਹੁਣ ਤੱਕ ਫੋਰਸਿਸ ਦੀ ਮੂਵਮੈਂਟ ਜਿਹੜੀ ਉੱਥੇ ਕੀਤੀ ਗਈ ਹੈ, ਠੀਕ ਹੈ, ਤਾਂ ਕਿ ਪੀਸ ਬਣਿਆ ਰਹੇ, ਤਾਂ ਕਿ ਜਿਹੜਾ ਸਾਡਾ ਹਿੱਸਾ ਜਿਹੜਾ ਹੈਗਾ ਕੋਈ ਲੈਣ ਦੀ ਜਿਹੜੀ ਹੈ ਉਹ ਕੋਸ਼ਿਸ਼ ਨਾ ਕਰ ਸਕੇ। ਤੇ ਇਸੇ ਤਰ੍ਹਾਂ ਸਿਕਿਉਰਿਟੀ ਦੇ ਵਿੱਚ ਆਉਂਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਦੇਖੇ ਸੀ ਕਿ ਬੰਬ ਬਲਾਸਟ ਹੋਏ ਸੀਗੇ ਖਾਸ ਕਰ ਬੰਬੇ 'ਚ, ਠੀਕ ਹੈ ਜੀ, ਔਰ ਟੈਰਰਿਸਟ ਅਟੈਕ ਹੋਏ ਸੀ ਡਿਫਰੈਂਟ। ਦੈਨ ਪਠਾਨਕੋਟ ਬੇਸ ਤੇ ਜਿਹੜਾ ਹੈ ਉਹ ਅਟੈਕ ਹੋਇਆ ਸੀ। ਤੇ ਇਹ ਦੇਸ਼ ਦੀ ਸੁਰੱਖਿਆ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਦੇ ਕੋਲ ਹੁੰਦੀ ਹੈ। ਸੋ ਇਹ ਮੇਜਰ ਜਿਹੜੇ ਹੈਗੇ ਆ, ਇੱਕ ਆਪਾਂ ਲਿਸਟ ਪੜਾਂਗੇ ਅੱਗੇ ਜਾ ਕੇ, ਉਹਦੇ ਵਿੱਚ ਆਏਗਾ ਕਿ ਇਹ ਜਿਹੜੇ ਮੇਨ ਜਿਹੜੇ ਮੁੱਦੇ ਹੁੰਦੇ ਆ ਸਿਕਿਉਰਿਟੀ ਵਾਲੇ, ਡਿਫੈਂਸ ਵਾਲੇ, ਇਹ ਸੈਂਟਰਲ ਗਵਰਨਮੈਂਟ ਕੋਲ ਹੀ ਹੁੰਦੇ, ਠੀਕ ਹੈ। तो नंबर 3 पार्ट इज कंट्रोलिंग इंटरनल इश्यूज एंड प्रॉब्लम। ਹੁਣ ਇੰਟਰਨਲ ਇਸ਼ੂਜ਼ ਐਂਡ ਪ੍ਰੋਬਲਮਸ ਕੀ ਹੈ ਕਿ ਵੱਖਰੇ ਰਾਜ ਜਿਹੜੇ ਹੈਗੇ ਆ ਉਹਨਾਂ ਦੀ ਮੰਗ ਉੱਠਦੀ ਹੈ ਕਿ ਸਾਨੂੰ ਜਿਹੜਾ ਹੈ ਉਹ ਨਵਾਂ ਰਾਜ ਬਣਾ ਦਿੱਤਾ ਜਾਏ ਜਾਂ ਵੱਖਰਾ ਰਾਜ ਬਣਾ ਦਿੱਤਾ ਜਾਏ, ਜਾਂ ਉਹਨਾਂ ਨੂੰ ਕਿਸੇ ਲੱਗਦਾ ਕਿ ਸਾਡੇ ਨਾਲ ਕੋਈ ਵਿਤਕਰਾ ਹੋ ਰਿਹਾ ਤਾਂ ਉਹਦੇ ਕਰਕੇ ਜਿਹੜਾ ਹੈ, ਜਿਸ ਤਰ੍ਹਾਂ ਨੈਕਸਲਾਈਟਸ ਹੈਗੇ ਆ ਛੱਤੀਸਗੜ੍ਹ ਦੇ ਵਿੱਚ ਹੈਗੇ ਆ, ਅਸਾਮ ਦੇ ਵਿੱਚ ਬੋਡੋਜ਼ ਹੈਗੇ ਆ। ਤਾਂ ਇਹ ਵੀ ਜਿਹੜੇ ਹੈਗੇ ਇੰਟਰਨਲ ਪ੍ਰੋਬਲਮ ਦੇਸ਼ ਦੀ ਸੁਰੱਖਿਆ ਨਾਲ ਜਿਹੜਾ ਹੈ ਉਹ ਖਿਲਵਾੜ ਕਰਨ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਦੀ ਮੰਗਾਂ ਹੈਗੀਆਂ, ਪਰ ਉਹ ਮੰਗਾਂ ਰੱਖਣ ਦਾ ਵੀ ਇੱਕ ਤਰੀਕਾ ਹੁੰਦਾ ਕਨਸਟੀਟਿਊਸ਼ਨ ਦੇ ਵਿੱਚ, ਆਪਣਾ ਸੰਵਿਧਾਨ ਦੇ ਵਿੱਚ ਹੈਗਾ। ਪਰ ਇਹ ਤਰੀਕਾ ਨਹੀਂ ਕਿ ਤੁਸੀਂ ਅੱਤਵਾਦ ਫੈਲਾਓ ਔਰ ਨਿਹੱਥੇ ਲੋਕਾਂ ਦੇ ਵਿੱਚ ਜਿਹੜੇ ਬੇਕਸੂਰ ਵਿਚਾਰੇ ਲੋਕ ਹੈ ਉਹਨਾਂ ਨੂੰ ਤੁਸੀਂ ਮਾਰੋ। ਤੋ ਇਹ ਜਿਹੜੀ ਇੰਟਰਨਲ ਇਸ਼ੂਜ਼ ਔਰ ਪ੍ਰੋਬਲਮਸ ਹੈਗੀਆਂ, ਇਹ ਵੀ ਜਿਹੜੀ ਹੈ ਸੈਂਟਰਲ ਗਵਰਨਮੈਂਟ ਜਿਹੜੀ ਹੈ ਉਹ ਸੋਲਵ ਕਰਦੀ ਹੈ। ਦੈਨ ਕਮਸ ਮੇਨਟੇਨਿੰਗ ਗੁੱਡ ਰਿਲੇਸ਼ਨ ਵਿਦ ਅਦਰ ਕੰਟਰੀ। ਹੁਣ ਤੁਸੀਂ ਦੇਖਦੇ ਹੋ ਕਿ ਭਾਰਤ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਘੱਟ ਜਾਂਦੇ, ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਹੈਗੇ ਜਾਂ ਫੋਰਨ ਮਿਨਿਸਟਰ ਜਿਹੜੇ ਹੈਗੇ ਆ, ਫੋਰਨ ਮਿਨਿਸਟਰ ਜਿਹੜੇ ਹੈ ਉਹ ਦੂਸਰੇ ਮੁਲਕਾਂ 'ਚ, ਦੂਸਰੇ ਦੇਸ਼ਾਂ 'ਚ ਜਾਂਦੇ ਹੈ।
ਉਹ ਕਿਉਂ ਜਾਂਦੇ ਹੈ ਕਿ ਸਾਡੇ ਜਿਹੜੇ ਰਿਲੇਸ਼ਨ ਹੈਗੇ ਹੈ ਉਹਨਾਂ ਦੇ ਨਾਲ ਅੱਛੇ ਬਣਨ, ਠੀਕ ਹੈ। ਅੱਛੇ ਬਣਨ ਮਤਲਬ ਕਿ ਸਿਰਫ ਰਿਲੇਸ਼ਨ ਨਹੀਂ, ਮਤਲਬ ਟ੍ਰੇਡ ਰਿਲੇਸ਼ਨ ਵੀ ਹੋ ਸਕਦੇ ਆ, ਸਿਕਿਉਰਿਟੀ ਦੇ ਵੀ ਹੋ ਸਕਦੇ ਹੈ, ਠੀਕ ਹੈ। ਹੁਣ ਤੁਸੀਂ ਦੇਖਿਆ ਹੋਗਾ ਕਿ ਅਸੀਂ ਫਰਾਂਸ ਤੋਂ ਜਿਹੜੇ ਹੈ ਪਲੇਨਸ ਮੰਗਾਏ ਸੀ ਲੇਟੈਸਟ, ਹੈ ਨਾ, ਰਫੇਲ, ਠੀਕ ਹੈ ਨਾ, ਉਡਾ ਕੇ ਲੈ ਕੇ ਆਏ ਸੀ ਰਫੇਲ, ਜਿਹੜੇ ਜੈਟ ਪਲੇਨ ਜਿਹੜੇ ਹੈਗੇ ਆ, ਵਾਰ ਪਲੇਨਸ ਹੈਗੇ ਆ, ਜਿਹੜੇ ਬਹੁਤ ਮਹਿੰਗੇ ਹੈ, ਬਹੁਤ ਕਾਸਟਲੀ ਹੈ, ਸਾਡੇ ਕੰਟਰੀ ਨੇ ਖਰੀਦੇ ਹੈ। ਕਿਉਂ? ਕਿਉਂਕਿ ਜਿਹੜੀ ਇੰਟਰਨੈਸ਼ਨਲ ਸਿਕਿਉਰਿਟੀ ਹੈ ਸਾਨੂੰ ਜਿਹੜਾ ਹੈ ਆਪਣੇ ਗੁਆਂਢੀਆਂ ਤੋਂ ਜੇ ਖਤਰਾ ਹੈ ਤੇ ਅਸੀਂ ਉਹਨਾਂ ਦਾ ਮੁਕਾਬਲਾ ਕਰ ਸਕੀਏ, ਉਹਦੇ ਵਾਸਤੇ ਸਾਡੇ ਕੋਲ ਹਰ ਇੱਕ ਤਕਨੀਕ ਜਿਹੜੀ ਹੈ ਉਹ ਅਵੇਲੇਬਲ ਹੋਣੀ ਚਾਹੀਦੀ ਹੈ। ਤਾਂ ਰਫੇਲ ਤੋਂ ਇਲਾਵਾ ਹੋਰ ਵੀ ਹੈ, ਪਾਣੀ ਦੇ ਜਹਾਜ਼ ਵੀ ਅਸੀਂ ਲੈਂਦੇ ਹਾਂ, ਐਂਡ ਸੋ ਔਨ, ਹਥਿਆਰ ਵੀ ਲੈਂਦੇ, ਹੁਣ ਤਾਂ ਅਸੀਂ ਆਪ ਵੀ ਬਣਾਉਂਦੇ ਹਾਂ। ਇਹ ਜਿਹੜੀ ਸਾਰੀ ਚੀਜ਼ਾਂ ਹੈਗੀਆਂ ਸੈਂਟਰਲ ਗਵਰਨਮੈਂਟ ਕਰਦੀ ਹੈ। ਮੇਨਟੇਨ ਗੁੱਡ ਰਿਲੇਸ਼ਨ, ਵੈਦਰ ਟ੍ਰੇਡ ਹੈ ਔਰ ਹਥਿਆਰ ਹੈ, ਇਹਨਾਂ ਸਾਰਿਆਂ ਦੀ ਇਹ ਚੀਜ਼। ਦੈਨ ਪਬਲਿਕ ਵੈਲਫੇਅਰ। ਹੁਣ ਪਬਲਿਕ ਵੈਲਫੇਅਰ ਤੁਸੀਂ ਦੇਖੋਗੇ ਕਿ ਪਬਲਿਕ ਵੈਲਫੇਅਰ ਵਾਸਤੇ ਬ੍ਰਿਜਿਸ ਹੈ, ਫਲਾਈਓਵਰਸ ਹੈ, ਰੋਡਸ ਹੈ, ਰੇਲਵੇਜ਼ ਹੈ। ਹੁਣ ਤੁਸੀਂ ਅਖਬਾਰ 'ਚ ਲੇਟੈਸਟ ਪੜ੍ਹਿਆ ਹੋਣਾ ਕਿ ਸੈਂਟਰਲ ਗਵਰਨਮੈਂਟ ਨੇ ਜਿਹੜੇ ਨੈਸ਼ਨਲ ਹਾਈਵੇਜ਼ ਹੈ ਉਹ ਇੰਨੇ ਅੱਛੇ ਬਣਾਤੇ ਹੈ, ਮੇਰੇ ਖਿਆਲ 7 ਔਰ 8 ਹੈ, ਇੱਕ ਦਾ ਡਿਸਕਲੋਜ਼ਰ ਨਹੀਂ ਕੀਤਾ, ਸੀਕ੍ਰੇਟ ਰੱਖਿਆ। 7 ਜਿਹੜੇ ਹੈਗੇ ਆ ਉਹ ਹਾਈਵੇਜ਼ ਇਦਾਂ ਦੇ ਬਣਾਏ ਆ ਜਿੱਥੇ ਸਿੱਧਾ ਵਾਰ ਪਲੇਨ ਜਿਹੜਾ ਉਹ ਲੈਂਡ ਕਰ ਸਕਦਾ, ਮਤਲਬ ਇਸ ਕੁਆਲਿਟੀ ਦੇ ਬਣਾਏ ਆ। ਰਨਵੇ ਜਿਹਨੂੰ ਤੁਸੀਂ ਜਿੱਥੋਂ ਪਲੇਨ ਟੇਕ ਆਫ ਔਰ ਲੈਂਡ ਕਰਦਾ, ਇਸ ਸਟੈਂਡਰਡ ਦੇ ਬਣਾਏ ਆ ਹਾਈਵੇਜ਼। ਗੱਡੀਆਂ ਤਾਂ ਚੱਲਣਗੀਆਂ, ਈਵਨ ਕਿ ਐਰੋਪਲੇਨ ਵੀ ਲੈਂਡਿੰਗ ਐਮਰਜੈਂਸੀ ਦੇ ਵਿੱਚ ਉੱਥੇ ਕਰ ਸਕਦੇ। ਸਿਕਿਉਰਿਟੀ ਦੇਖੋ, ਸਿਕਿਉਰਿਟੀ ਲਈ ਕਿੰਨਾ ਕੁਝ ਸੋਚਣਾ ਪੈਂਦਾ ਸੈਂਟਰਲ ਗਵਰਨਮੈਂਟ ਨੂੰ, ਠੀਕ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਹੈ ਇਹ ਸਾਡੇ ਲਈ ਸੋਚ ਕੇ ਕੀਤਾ ਜਾਂਦਾ, ਸਾਡੀ ਸਿਕਿਉਰਿਟੀ ਲਈ ਕੀਤਾ। ਦੈਨ ਪਬਲਿਕ ਵੈਲਫੇਅਰ, ਮੈਂ ਤੁਹਾਨੂੰ ਦੱਸ ਰਿਹਾ ਸੀਗਾ, ਸੋ ਪਬਲਿਕ ਵੈਲਫੇਅਰ ਵਾਸਤੇ ਸੁਕੰਨਿਆ ਜਿਹੜੀ ਹੈ ਯੋਜਨਾ ਜਿਹੜੀ ਹੈ ਸੈਂਟਰਲ ਗਵਰਨਮੈਂਟ ਨੇ ਚਲਾਈ ਹੈ। ਉਸ ਤੋਂ ਬਾਅਦ ਉਜਵਲਾ ਯੋਜਨਾ ਹੈ, ਠੀਕ ਹੈ ਜੀ, ਤੁਹਾਨੂੰ ਗੈਸ ਵਗੈਰਾ ਜਿਹੜੇ ਗਰੀਬ ਲੋਕਾਂ ਨੂੰ ਮਿਲਦੇ ਹੈ, ਠੀਕ ਹੈ। ਸਕੂਲਾਂ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਸੈਂਟਰਲ ਗਵਰਨਮੈਂਟ ਦੀ ਕਾਫੀ ਸਕੀਮ, ਮਿਡ ਡੇ ਮੀਲ ਹੈ, ਸਰਵ ਸਿੱਖਿਆ ਅਭਿਆਨ ਦੇ ਅੱਗੇ ਔਰ ਰਾਸ਼ਟਰੀ ਮਾਧਿਅਮ ਸਿੱਖਿਆ ਅਭਿਆਨ ਦੇ ਜਿਹੜਾ ਹੁਣ ਇਕੱਠਾ ਹੋ ਗਿਆ, ਉਹਦੇ ਨਾਲ ਜਿਹੜੀ ਹੈ ਉਹ ਚੱਲ ਰਹੀਆਂ ਵੱਖਰੀ ਸਕੀਮ। ਤਾਂ ਇਹ ਸਾਰੀਆਂ ਜਿਹੜੀਆਂ ਪਬਲਿਕ ਵੈਲਫੇਅਰ ਦੀ ਸਕੀਮਸ ਹੁੰਦੀਆਂ। ਦੈਨ ਕੰਟਰੋਲਿੰਗ ਦਾ ਇਕੋਨਮੀ। ਕੰਟਰੋਲਿੰਗ ਦਾ ਇਕੋਨਮੀ ਮਤਲਬ ਹੁਣ ਸਰਕਾਰ ਦੀ ਜਿਹੜੀ ਹੈ ਅਰਥ ਵਿਵਸਥਾ ਕੋਵਿਡ ਕਰਕੇ ਤੁਸੀਂ ਦੇਖਿਆ ਬਹੁਤ ਡਾਊਨ ਚਲੇਗੀ, ਠੀਕ ਹੈ। ਫਿਰ ਕਈ ਕੰਟਰੀਜ਼ ਨੇ ਬਹੁਤ ਬੈਨ ਲਗਾਇਆ, ਪਰ ਫਿਰ ਹੀ ਮੋਦੀ ਸਰਕਾਰ ਨੇ 2-3 ਮਹੀਨੇ ਬਾਅਦ ਉਹਨੂੰ ਹੌਲੀ ਜਿਹੜਾ ਹੈ ਉਹ ਓਪਨ ਕਰਨਾ ਸ਼ੁਰੂ ਕਰਤਾ। ਬਾਏ ਰੀਜ਼ਨ ਕਿ ਜਿਹੜੀ ਇਕੋਨਮੀ ਹੈ ਉਹ ਕ੍ਰੈਸ਼ ਨਾ ਹੋ ਜਾਏ, ਖਤਮ ਨਾ ਹੋ ਜਾਏ। ਜਿਹੜੇ ਲੋਕੀ ਬੇਰੁਜ਼ਗਾਰ ਹੋ ਗਏ ਜਾਂ ਜਿਹੜੇ ਬਿਜ਼ਨਸ ਬੰਦ ਹੋ ਗਏ ਉਹ ਫਿਰ ਤੋਂ ਰਿਵਾਈਵ ਕਰ ਸਕੇ। ਉਹਦੇ ਲਈ ਸਰਕਾਰ ਨੇ ਮਦਦ ਵੀ ਦਿੱਤੀ ਲੋਕਾਂ ਦੇ ਖਾਤਿਆਂ 'ਚ ਪੈਸੇ ਪਾਏ, ਖਾਸ ਕਰ ਕੁੜੀਆਂ ਦੇ ਖਾਤਿਆਂ 'ਚ ਜਿਹੜੇ ਆ 2-2000 ਰੁਪਏ ਪਾਏ ਤਾਂ ਕਿ ਉਹਨਾਂ ਦੇ ਘਰ ਚੱਲ ਸਕਣ। ਕਿਸਾਨਾਂ ਦੇ ਖਾਤਿਆਂ 'ਚ 2-2000 ਪਾਏ। ਤਾਂ ਇਹ ਜਿਹੜੀ ਵੈਲਫੇਅਰ ਸਕੀਮ ਜੇ ਹੈਗੀਆਂ ਨਾਰਮਲ ਤਾਂ ਚੱਲਦੀਆਂ, ਲੇਕਿਨ ਜੇ ਦੇਸ਼ ਨੂੰ ਜਿੱਦਾਂ ਮਹਾਮਾਰੀ ਤੋਂ ਜਾਂ ਵਾਰ ਤੋਂ ਕੁਛ ਏਦਾਂ ਦੀ ਸਮੱਸਿਆ ਆ ਜਾਂਦੀ ਹੈ, ਫਿਰ ਵੀ ਸਾਡੇ ਵੈਲਫੇਅਰ ਵਾਸਤੇ ਸਰਕਾਰ ਜਿਹੜੀ ਸੈਂਟਰਲ ਗਵਰਨਮੈਂਟ ਕਰਨ ਦੀ ਕੋਸ਼ਿਸ਼ ਕਰਦੀ। ਦੈਨ ਕਮਸ ਕੰਟਰੋਲਿੰਗ ਦਾ ਇਕੋਨਮੀ। ਇਹ ਹੋ ਗਿਆ ਜੀ ਇਕੋਨਮੀ ਜਿਹੜੀ ਹੈ ਉਹ ਬਜਟ ਤੁਸੀਂ ਦੇਖਿਓ ਹਰ ਸਾਲ ਜਿਹੜਾ ਆਉਂਦਾ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਆਪਾਂ ਘਰ ਦਾ ਬਜਟ ਹੁੰਦਾ, ਪੈਸੇ ਕਿੱਥੋਂ ਆਣੇ ਹੈ, ਫੀਸਾਂ ਜਾਣੀਆਂ, ਡਰੈਸ ਤੇ ਖਰਚਾ ਹੈ, ਠੀਕ ਹੈ, ਔਰ ਕੁਛ ਜਿਹੜਾ ਬਿਮਾਰੀ ਲਈ ਅਸੀਂ ਰੱਖ ਲੈਂਦੇ ਹਾਂ ਕਿ ਵੇਲੇ ਸਾਨੂੰ ਉਹ ਪੈਸੇ ਕੰਮ ਆ ਜਾਣ। ਸੋ ਜਿਸ ਤਰ੍ਹਾਂ ਅਸੀਂ ਘਰ ਦਾ ਬਜਟ ਬਣਾਉਂਦੇ ਹਾਂ, ਸਰਕਾਰ ਵੀ ਬਜਟ ਬਣਾਉਂਦੀ ਹੈ। ਸਰਕਾਰ ਵੀ ਜਿਹੜੀ ਹੈਗੀ ਆ ਉਹ ਆਪਣੇ ਐਕਸਪੈਂਡੀਚਰ, ਖਰਚਿਆਂ ਔਰ ਆਮਦਨ ਦਾ ਹਿਸਾਬ ਕਿਤਾਬ ਰੱਖਦੀ ਹੈ। ਦੋ ਜਿਹੜੇ ਉਹਨਾਂ ਦੀ ਜਿਹੜੀ ਇਨਕਮ ਹੈ ਉਹ ਉਹਨਾਂ ਦੇ ਐਕਸਪੈਂਡੀਚਰ ਤੋਂ ਘੱਟ ਹੈ, ਕਦੀ ਵੀ ਜ਼ਿਆਦਾ ਨਹੀਂ ਹੋਈ, ਸਰਪਲਸ ਨਹੀਂ ਹੋਈ, ਹਮੇਸ਼ਾ ਡੈਫੀਸਿਟ ਹੋਈ ਹੈ। ਰੀਜ਼ਨ ਕਿਉਂਕਿ ਦੇਸ਼ ਬਹੁਤ ਵੱਡਾ ਹੈ, ਲੋਕਾਂ ਵਾਸਤੇ ਬਹੁਤ ਭਲਾਈ ਦੇ ਕੰਮ ਕਰਨੇ ਪੈਂਦੇ, ਖਰਚਾ ਜ਼ਿਆਦਾ ਹੁੰਦਾ, ਜਦਕਿ ਟੈਕਸ ਜਿਹੜੇ ਸਾਰੇ ਇਮਾਨਦਾਰੀ ਨਾਲ ਨਹੀਂ ਦੇ ਰਹੇ। ਟੈਕਸ ਸਰਕਾਰ ਕੋਲ ਘੱਟ ਇਕੱਠਾ ਹੋ ਰਿਹਾ, ਇਟ ਮੀਨਸ ਇਨਕਮ ਇਜ਼ ਲੈਸ, ਐਕਸਪੈਂਡੀਚਰ ਇਜ਼ ਮੋਰ, ਤਾਂ ਘਾਟਾ ਹੀ ਹੋਏਗਾ। ਔਰ ਫਿਰ ਘਾਟਾ ਹੋਏਗਾ, ਫਿਰ ਘਰ ਦੇ ਵਿੱਚ ਵੀ ਅਸੀਂ ਜੇ ਜ਼ਰੂਰਤ ਤੋਂ ਜ਼ਿਆਦਾ ਖਰਚ ਕਰ ਲੈਂਦੇ ਤਾਂ ਫਿਰ ਕੀ ਕਰਦੇ ਪੈਂਦੇ ਆ, ਸਾਨੂੰ ਕਰਜ਼ੇ ਲੈਣੇ ਪੈਂਦੇ ਗੁਆਂਢੀਆਂ ਤੋਂ, ਯਾਰਾਂ ਦੋਸਤਾਂ ਤੋਂ ਪੈਸੇ ਦੇ ਦਿਓ, ਮੈਂ ਤੁਹਾਨੂੰ ਅਗਲੇ ਮਹੀਨੇ ਮੋੜ ਦੂੰਗਾ। ਸੇਮ ਵੇ ਇਟ ਹੈਪਨਸ ਵਿਦ ਦ ਗਵਰਨਮੈਂਟ ਵੀ ਏਦਾਂ ਕਰਦੀ ਹੈ ਕਿ ਜੀ ਮੇਰਾ ਜੀ ਖਰਚਾ ਜਿਹੜਾ ਮੇਰਾ ਵੱਧ ਗਿਆ, ਆਮਦਨ ਮੈਨੂੰ ਘੱਟ ਹੈ, ਤੇ ਮੈਨੂੰ ਲੋਨ ਲੈਣਾ ਪੈਣਾ, ਕਰਜ਼ੇ ਲੈਣੇ ਪੈਣੇ, ਵਿਦੇਸ਼ਾਂ ਤੋਂ ਵੀ ਲੈਣੇ ਪੈਣੇ ਜਾਂ ਜਿਹੜੇ ਹੈ ਦੇਸ਼ ਦੇ ਅੰਦਰੋਂ ਲੈਣੇ ਪੈਣੇ, RBI ਤੋਂ ਲੈਂਦੀ ਹੈ, ਠੀਕ ਹੈ ਜੀ। ਦੈਨ ਆਪਣੀ ਗਵਰਨਮੈਂਟ ਦੀ ਜਿਹੜੀ ਲੈਂਡ ਹੈਗੀ ਹੈ, ਡਿਬੈਂਚਰਸ ਹੈ, ਸ਼ੇਅਰ ਹੈ, ਇਹ ਵੇਚਦੀ ਹੈ ਔਰ ਉਹਦੇ ਅਗੇਂਸਟ ਜਿਹੜਾ ਪੈਸਾ ਇਕੱਠਾ ਕਰਦੀ ਹੈ, ਠੀਕ ਹੈ। ਟੋਲਸ ਜਿਹੜੇ ਆ ਹੁਣ ਬੰਦ ਪਏ ਆ, ਤੇ ਟੋਲ ਜਿਹੜੇ ਹੈਗੇ ਆ ਉਹਨਾਂ ਤੋਂ ਵੀ ਪੈਸਾ ਸਰਕਾਰ ਨੂੰ ਕਮਾਈ ਦਾ ਸਾਧਨ ਹੈਗਾ। ਤੇ ਇਹ ਸਾਰੇ ਸੋਰਸਿਸ ਆਫ ਦਾ
ਗਵਰਨਮੈਂਟ ਹੈਗੇ ਆ ਜਿਹੜੇ ਪੈਸੇ ਇਕੱਠੇ ਹੁੰਦੇ ਆ ਔਰ ਉਹ ਸਾਡੀ ਭਲਾਈ ਤੇ ਖਰਚ ਕਰਦੀ ਹੈ। ਕੰਟਰੋਲਿੰਗ ਦ ਇਕਨੋਮੀ ਹੋਗੀ, ਪਬਲਿਕ ਵੈਲਫੇਅਰ ਹੋਏਗਾ, ਦੈਨ ਡੂਇੰਗ ਦ ਡਿਵੈਲਪਮੈਂਟ ਵਰਕ। ਉਹੀ ਡਿਵੈਲਪਮੈਂਟ ਵਰਕ ਮੈਂ ਤੁਹਾਨੂੰ ਦੱਸਦਾ ਕਿ ਜਿੰਨੇ ਵੀ ਪੁਲਾਂ ਦਾ ਨਿਰਮਾਣ ਹੈ ਜਾਂ ਸੜਕਾਂ ਦਾ ਨਿਰਮਾਣ ਹੈ, ਰੇਲਾਂ ਦਾ ਨਿਰਮਾਣ ਹੈ, ਇਹ ਸਾਰਾ ਜਿਹੜਾ ਹੈਗਾ ਇਹ ਕੇਂਦਰ ਸਰਕਾਰ ਦਾ ਕੰਮ ਹੁੰਦਾ। ਐਂਡ ਦ ਲਾਸਟ ਵਨ, ਮੇਨਟੇਨਿੰਗ ਦ ਲਾਅ ਐਂਡ ਆਰਡਰ। ਲਾਅ ਐਂਡ ਆਰਡਰ ਹੁੰਦਾ ਹੈ ਕਿ ਜੇ ਧਰਮ ਦੇ ਨਾਂ ਤੇ ਕਿਸੇ ਰਾਜ ਦੇ ਵਿੱਚ ਲੜਾਈ ਹੈ ਨਹੀਂ ਹੈ ਜਾਂ ਕੋਈ ਰਾਜ ਦੇ ਵਿੱਚ ਉਹੀ ਮੈਂ ਤੁਹਾਨੂੰ ਨੈਕਸਟ ਸਲਾਈਡ ਦਾ ਐਗਜ਼ਾਮਪਲ ਦਿੱਤਾ ਸੀਗਾ ਜਾਂ ਬੋਡੋਜ਼ ਦਾ ਦਿੱਤਾ ਸੀਗਾ, ਉਹ ਲਾਅ ਐਂਡ ਆਰਡਰ ਜਿਹੜਾ ਹੈ ਮੇਨਟੇਨ ਕਰਨ ਦਾ ਵੀ ਕੰਮ, ਫਿਰ ਉਹਨੂੰ ਜਿਹੜਾ ਹੈ ਕੰਟਰੋਲ ਕਰਨ ਲਈ ਜਿਹੜੀ ਹੈਗੀ ਆ CRPF ਦੀ ਜਵਾਨ ਆਉਂਦੇ ਹੈ, ਠੀਕ ਹੈ, ਉਹਨਾਂ ਦੀ ਡਿਊਟੀ 'ਚ ਲੱਗਦੀਆਂ, ਆਰਮੀ ਦੀ ਵੀ ਕਈ ਵਾਰ ਲੱਗ ਜਾਂਦੀ ਹੈ। ਤਾਂ ਇਹ ਇਸੇ ਕਰਕੇ ਹੁੰਦਾ ਹੈ ਕਿ ਦੇਸ਼ ਦੇ ਵਿੱਚ ਜਿਹੜਾ ਹੈ ਉਹ ਸ਼ਾਂਤੀ ਸੁਹਾਦਰ ਜਿਹੜਾ ਬਣਾ ਰਵੇ ਤੇ ਲਾਅ ਐਂਡ ਆਰਡਰ ਜਿਹੜਾ ਹੈ ਉਹ ਖਰਾਬ ਨਾ ਹੋਵੇ, ਦੇਸ਼ ਜਿਹੜਾ ਹੈ ਉਹਦਾ ਵਿਕਾਸ ਹੁੰਦਾ ਰਹੇ। ਤਾਂ ਇਹ ਇੰਨੀਆਂ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਗਵਰਨਮੈਂਟ ਨੂੰ ਸੋਚਣੀਆਂ ਪੈਂਦੀਆਂ। ਇਸ ਕਰਕੇ ਪ੍ਰਧਾਨ ਮੰਤਰੀ ਬਣਨਾ ਜਾਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਾ ਬੜਾ ਡਿਫਿਕਲਟ, ਕਿਸੇ ਵੀ ਬੰਦੇ ਲਈ ਬਹੁਤ ਮੁਸ਼ਕਲ ਕੰਮ ਹੈ ਗਵਰਨਮੈਂਟ ਦਾ ਮੁਖੀ ਬਣਨਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨੇ ਪੈਂਦੀਆਂ। ਜਿੱਦਾਂ ਸਕੂਲ ਦੇ ਵਿੱਚ ਪ੍ਰਿੰਸੀਪਲ ਟੀਚਰਸ ਦਾ ਹੁੰਦਾ ਤੁਹਾਨੂੰ ਪੜ੍ਹਾਉਣ ਲਈ, ਲੇਕਿਨ ਪ੍ਰਿੰਸੀਪਲ ਨੂੰ ਸਾਰਾ ਸਕੂਲ ਦੇਖਣਾ ਪੈਂਦਾ, ਉਹਨਾਂ ਨੂੰ ਪੜ੍ਹਾਉਣ ਤੋਂ ਇਲਾਵਾ ਹੋਰ ਵੀ ਸਕੂਲ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਨੇ ਪੈਂਦੇ। ਤਾਂ ਇਹ ਜਿਹੜੀ ਇਹ ਸੇਮ ਵਿਦ ਦ ਗਵਰਨਮੈਂਟ, ਕਿ ਗਵਰਨਮੈਂਟ ਵੀ ਜਿਹੜੀ ਹੈਗੀ ਆ ਉਹਦੇ ਮੁਖੀ ਨੂੰ ਜਿਹੜਾ ਹੈ ਸਾਰਾ ਕੁਝ ਪਾਲਿਸੀਜ਼ ਵਗੈਰਾ ਬਣਾਉਣੀ ਪਈ, ਔਰ ਦੇਖਣਾ ਪੈਂਦਾ ਕਿ ਵਾਕਈ ਪਾਲਿਸੀਜ਼ ਤੇ ਲੋਕੀ ਆਫਿਸਰਸ ਕੰਮ ਕਰ ਰਹੇ ਕਿ ਨਹੀਂ ਕਰ ਰਹੇ, ਮੰਤਰੀ ਕੰਮ ਕਰ ਰਹੇ ਕਿ ਨਹੀਂ ਕਰ ਰਹੇ। ਸੋ ਇਹ ਸੀਗਾ ਫੰਕਸ਼ਨਸ ਆਫ ਦ ਗਵਰਨਮੈਂਟ। ਫਿਰ ਆ ਗਿਆ ਜੀ ਫੈਡਰਲ ਗਵਰਨਮੈਂਟ। ਫੈਡਰਲ ਗਵਰਨਮੈਂਟ ਸੰਘ ਰਾਜ ਨੂੰ ਅਸੀਂ ਕਹਿੰਦੇ ਹਾਂ, ਸੰਘ ਸਰਕਾਰ। ਹੁਣ ਦੇਖੀਏ ਤਾਂ ਜਿਹੜੇ ਫੈਡਰਲ ਗਵਰਨਮੈਂਟ ਹੈਗੀ ਹੈ ਇਹ ਕੁਆਸੀ ਫੈਡਰਲ ਗਵਰਨਮੈਂਟ ਹੈ ਸਾਡੀ ਇੰਡੀਆ ਦੇ ਵਿੱਚ, ਨਾਟ ਫੁਲੀ ਫੈਡਰਲ ਗਵਰਨਮੈਂਟ। ਕੁਆਸੀ ਫੈਡਰਲ ਮਤਲਬ ਅੱਧੀ ਹੈ, ਠੀਕ ਹੈ ਨਾ। ਕੁਆਸੀ ਫੈਡਰਲ ਨੂੰ ਨਾਂ ਦਿੱਤਾ ਹੈ ਕਿ ਪੂਰਨ ਰੂਪ ਵਿੱਚ ਸੰਘ ਨਹੀਂ ਹੈ। ਕਿਉਂ? ਕਿਉਂਕਿ ਸਾਡੇ ਕੋਲ ਉਹ ਵੀ ਹੈਗੀ ਹੈ, ਕੇਂਦਰ ਸਰਕਾਰਾਂ ਵੀ ਹੈਗੀ ਹੈ, ਠੀਕ ਹੈ। ਤੋ in this type of government the power is shared between center and state government। so ਕੇਂਦਰ ਸਰਕਾਰ ਔਰ ਰਾਜ ਸਰਕਾਰ ਇਹਨਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ। ਫੈਡਰਲ ਦੇ ਵਿੱਚ ਜਿਹੜੀ ਹੈ ਸਟੇਟਸ ਵੀ ਪਾਵਰਫੁਲ ਹੁੰਦੀਆਂ, ਲੇਕਿਨ ਸਾਡੀ ਮੈਂ ਤੁਹਾਨੂੰ ਦੱਸਿਆ ਕੁਆਸੀ ਫੈਡਰਲ ਹੈ, ਇਸ ਕਰਕੇ ਜ਼ਿਆਦਾ ਪਾਵਰ ਜਿਹੜੀ ਹੈ ਉਹ ਸੈਂਟਰ ਨੂੰ ਦਿੱਤੀ ਗਈ ਹੈ। ਸਟੇਟਸ ਨੂੰ ਵੀ ਪਾਵਰ ਦਿੱਤੀਆਂ ਹੋਈਆਂ ਲੇਕਿਨ ਸੈਂਟਰ ਦੇ ਮੁਕਾਬਲੇ ਘੱਟ ਹੈ। ਤੋ ਸੈਂਟਰ ਹੈਜ਼ ਮੋਰ ਪਾਵਰਸ, ਠੀਕ ਹੈ। ਤਾਂ ਇਸ ਕਰਕੇ ਜਿਹੜਾ ਹੈ ਸੈਂਟਰ ਇਜ਼ ਸਟਰੋਂਗ ਸਾਡਾ। ਹੁਣ ਇੱਥੇ ਤੁਸੀਂ ਦੇਖੋਗੇ ਫੈਡਰਲ ਹੈ, ਇਹ ਯੂਨਿਟਰੀ ਹੈ, ਇਹ ਡਿਫਰੈਂਸ਼ੀਏਟ ਕੀਤਾ ਹੈ, ਇਹਨੂੰ ਅਸੀਂ ਦੇਖ ਲਈਏ। ਤੋ ਫੈਡਰਲ ਗਵਰਨਮੈਂਟ ਪਹਿਲੀ ਜਿਹੜੀ ਹੈਗੀ ਹੈ, ਇਟ ਇਜ਼ ਟੂ ਲੈਵਲ ਆਫ ਗਵਰਨਮੈਂਟ। ਟੂ ਲੈਵਲ ਗਵਰਨਮੈਂਟ ਮੀਨਸ ਸੈਂਟਰਲ ਗਵਰਨਮੈਂਟ ਪਲੱਸ ਸਟੇਟ ਗਵਰਨਮੈਂਟ, ਕੇਂਦਰ ਸਰਕਾਰ ਤੇ ਰਾਜ ਸਰਕਾਰ, ਇਹ 'ਚ ਦੋਵੇਂ ਹੁੰਦੀਆਂ। ਪੋਲੀਟੀਕਲ ਪਾਵਰ ਸ਼ੇਅਰ, ਰਾਜਨੀਤਿਕ ਜਿਹੜੀ ਸ਼ਕਤੀਆਂ ਹੈ ਉਹ ਦੋਨਾਂ ਦੇ ਵਿੱਚ ਜਿਹੜੀਆਂ ਹੈ ਵੰਡੀਆਂ ਹੁੰਦੀਆਂ। ਦੈਨ ਕਨਸਟੀਟਿਊਸ਼ਨ ਇਜ਼ ਰਿਜਿਡ ਐਂਡ ਕੋਡੀਫਾਈਡ। ਕੋਡੀਫਾਈਡ ਮਤਲਬ ਲਿਖਿਆ ਹੈ, ਦੱਸਿਆ ਹੈ, ਔਰ ਕਨਸਟੀਟਿਊਸ਼ਨ ਜਿਹੜਾ ਹੈ ਰਿਜਿਡ ਹੈ, ਸਖਤ ਹੈ, ਉਹਨੂੰ ਚੇਂਜ ਕਰਨਾ ਜ਼ਿਆਦਾ ਸੌਖਾ ਨਹੀਂ। ਐਂਡ ਲਾਸਟ ਵਨ, ਟੂ ਡਿਫਰੈਂਟ ਟਾਈਪਸ ਆਫ ਲਾਜ਼, ਸੈਂਟਰਲ ਐਂਡ ਸਟੇਟ ਲਾਜ਼। ਸੈਂਟਰ ਆਪਣੇ ਬਣਾਉਂਦੀ ਹੈ, ਸਟੇਟ ਵੀ ਆਪਣੇ ਲਾਅ ਬਣਾਉਂਦੀ ਹੈ, ਵੱਖਰੇ ਵੱਖਰੇ ਲਿਸਟ ਹੈ, ਉਹਨਾਂ ਤੇ ਕਾਨੂੰਨ ਬਣਾਉਂਦੀ ਹੈ। ਇੰਡੀਆ ਇਜ਼ ਦ ਐਗਜ਼ਾਮਪਲ। ਦੈਨ ਯੂਨਿਟਰੀ ਗਵਰਨਮੈਂਟ ਦੇਖੀਏ ਤਾਂ ਕਹਿੰਦਾ ਓਨਲੀ ਵਨ ਲੈਵਲ ਆਫ ਗਵਰਨਮੈਂਟ, ਇੱਕੋ ਹੀ ਪ੍ਰਕਾਰ ਦੀ ਸਰਕਾਰ ਹੈ, ਠੀਕ ਹੈ ਜੀ, ਸੈਂਟਰਲ ਗਵਰਨਮੈਂਟ। ਉਹਨੂੰ ਨੈਸ਼ਨਲ ਗਵਰਨਮੈਂਟ ਵੀ ਕਹਿੰਦੇ ਜਾਂ ਸੈਂਟਰਲ ਗਵਰਨਮੈਂਟ ਵੀ ਕਹਿੰਦੇ। ਪੋਲੀਟੀਕਲ ਪਾਵਰ ਹੈਲਡ ਬਾਈ ਸੈਂਟਰਲ ਗਵਰਨਮੈਂਟ ਓਨਲੀ। ਹੁਣ ਇਹਦੇ ਵਿੱਚ ਕੋਈ ਵੀ ਜਿਹੜੀ ਹੈ ਤੁਹਾਡੀ ਰਾਜ ਸਰਕਾਰ ਦੇ ਕੋਲ ਪਾਵਰ ਨਹੀਂ, ਕਿਉਂਕਿ ਰਾਜ ਸਰਕਾਰ ਹੈ ਹੀ ਨਹੀਂ, ਯੂਨਿਟਰੀ ਹੈ। ਯੂਨਿਟਰੀ ਮਤਲਬ ਇੱਕੋ ਹੀ, ਤਾਂ ਉਹ ਕੀ ਹੈ, ਕੇਂਦਰ ਸਰਕਾਰ, ਉਹਨਾਂ ਕੋਲ ਹੀ ਹੁੰਦੀ ਹੈ। ਦ ਕਨਸਟੀਟਿਊਸ਼ਨ ਇਜ਼ ਫਲੈਕਸੀਬਲ ਐਂਡ ਅਨਕੋਡੀਫਾਈਡ। ਅਨਕੋਡੀਫਾਈਡ ਮਤਲਬ ਕਿ ਜੋ ਇੱਕ ਪੱਕਾ ਨਹੀਂ ਹੈ, ਜਿਸ ਤਰ੍ਹਾਂ ਲੋੜ ਦੇ ਮੁਤਾਬਕ ਆਉਂਦਾ ਜਾਂਦਾ ਹੈ ਉਹ ਸੰਵਿਧਾਨ ਬਣਦਾ ਜਾਂਦਾ ਹੈ। ਔਰ ਜਿਹੜਾ ਹੈ ਫਲੈਕਸੀਬਲ ਹੈ, ਬੜਾ ਇਹਨੂੰ ਫਲੈਕਸੀਬਿਲਿਟੀ ਹੈ, ਬੜਾ ਆਰਾਮ ਨਾਲ ਇਹ ਬਦਲਿਆ ਜਾ ਸਕਦਾ, ਇਹ 'ਚ ਕੋਈ ਪਰੇਸ਼ਾਨੀ ਨਹੀਂ ਹੁੰਦੀ, ਠੀਕ ਹੈ। ਐਂਡ ਦ ਲਾਸਟ ਵਨ ਇਜ਼ ਓਨਲੀ ਵਨ ਸੈਟ ਆਫ ਲਾਅ ਯੂਨੀਫਾਰਮ ਫॉर द होल कंट्री। ਇੱਕੋ ਹੀ ਬੰਦਾ ਰਾਜ, ਇੱਕੋ ਹੀ ਸਰਕਾਰ ਜਿਹੜੀ ਹੈਗੀ ਹੈ ਸੈਂਟਰ, ਇੱਕੋ ਹੀ ਉਹੀ ਕਾਨੂੰਨ ਬਣਾਏਗੀ ਔਰ ਉਹੀ ਜਿਹੜੀ ਹੈ ਸਾਰਿਆਂ ਉੱਤੇ ਲਾਗੂ ਹੋਏਗੀ, ਠੀਕ ਹੈ ਜੀ। ਦੈਨ ਕਮਸ ਲੈਜਿਸਲੇਚਰ ਦੇ ਪਾਰਟ, ਜਿਹੜੇ ਆਪਾਂ ਸ਼ੁਰੂ ਤੋਂ ਮੈਂ ਤੁਹਾਨੂੰ ਦੱਸਿਆ ਸੀਗਾ। ਤਾਂ ਵਿਧਾਨ ਪਾਲਿਕਾ 'ਚ
ਜਿਹੜੇ ਹੈ ਕਾਨੂੰਨ ਸੌਰੀ ਹਾਂ ਵਿਧਾਨ ਪਾਲਿਕਾ ਦੇ ਵਿਧਾਇਕਾਂ ਦੇ ਜੇ ਇਹ ਕਾਨੂੰਨ ਜਿਹੜੇ ਬਣਾਉਂਦੇ ਹੈ ਉਹ ਦੋ ਪਾਰਟ ਹੈ, ਲੋਕ ਸਭਾ ਤੇ ਰਾਜ ਸਭਾ। ਠੀਕ ਹੈ ਜੀ, ਇਹ ਤੁਸੀਂ ਦੇਖਦੇ ਹੋ ਲੋਕ ਸਭਾ ਤੇ ਰਾਜ ਸਭਾ। ਹਾਂਜੀ, ਹੁਣ ਲੈਜਿਸਲੇਚਰ ਦੇ ਵਿੱਚ ਸਾਡੇ ਸੰਵਿਧਾਨ ਦੇ ਆਰਟੀਕਲ 79 ਦੇ ਵਿੱਚ ਜਿਹੜਾ ਹੈਗਾ ਇੰਡੀਅਨ ਕਨਸਟੀਟਿਊਸ਼ਨ ਦੇ ਉਹ ਪਾਰਲੀਮੈਂਟ ਦਾ ਜ਼ਿਕਰ ਕੀਤਾ ਗਿਆ ਹੈ ਕਿ ਪਾਰਲੀਮੈਂਟ is the Indian Union which is formed jointly by President, Lok Sabha and Raj Sabha। ਬਿਲਕੁਲ ਸਪਸ਼ਟ ਸਾਡੇ ਸੰਵਿਧਾਨ ਦੀ ਇਹ ਖਾਸੀਅਤ ਹੈ ਕਿ ਹਰੇਕ ਚੀਜ਼ ਦਾ ਇੱਕ ਰੂਲ ਜਿਹੜਾ ਹੈ ਉਹ ਦੱਸਿਆ ਗਿਆ ਕਿ ਦੇਸ਼ ਕਿੱਦਾਂ ਚਲਾਣਾ, ਕਿਹਦੇ ਰੂਲ ਦੇ ਅਧੀਨ ਚਲਾਣਾ। ਤੋ ਇਹ ਰੂਲ ਨੰਬਰ ਆਰਟੀਕਲ ਨੰਬਰ 79 ਦੇ ਅਧੀਨ ਜਿਹੜਾ ਹੈ ਉਹ ਆਪਾਂ ਡਿਸਾਈਡ ਕੀਤਾ ਹੈ ਕਿ ਪਾਰਲੀਮੈਂਟ ਦੇ ਵਿੱਚ ਰਾਸ਼ਟਰਪਤੀ ਜੀ ਹੋਣਗੇ, ਲੋਕ ਸਭਾ ਹੋਏਗੀ एंड राज्य सभा होएगी। सो राष्ट्रपति जी है, लोक सभा है और राज्यसभा है। ठीक है, जो पार्लियामेंट ऑफ इंडिया कौन कौन है, प्रेसिडेंट ऑफ इंडिया, लोक सभा एंड राज्यसभा। ये याद कर लेना किहड़े आर्टिकल है, आर्टिकल नंबर 79। फिर लेजिस्लेचर का पार्ट दे विच आपां कर रहे हैं कि इट इज द फर्स्ट ऑर्गन ऑफ द गवर्नमेंट। ठीक है जी, इट इज द फर्स्ट ऑर्गन ऑफ द गवर्नमेंट। लेजिस्लेचर की है, पहला लेजिस्लेचर आंदा, फिर एग्जीक्यूटिव आंदा, फिर जुडिशरी आंदी है। इस करके ਅਸੀਂ ਇਹਨੂੰ ਪਹਿਲਾ ਕਹਿੰਦੇ ਆ, फर्स्ट ऑर्गन ऑफ द गवर्नमेंट। पहले नंबर ਤੇ ਇਹ ਆਂਦਾ ਕਾਨੂੰਨ बनाना, फॉर्म करना। इट इज रिस्पांसिबल फॉर मेकिंग लॉज एंड पॉलिसीज फॉर द कंट्री। वही मैं ਤੁਹਾਨੂੰ ਦੱਸਿਆ, देश ਦੇ ਲਈ ਕਾਨੂੰਨ ਬਣਾਉਣਗੇ, ਪॉलिसीज ਬਣਾਉਣਗੇ। ठीक है जी, और देश हित ਜਿਹੜੀ ਹੁੰਦੀਆਂ ਸਾਰਾ ਕੁਝ ਇਹਦੇ ਵਿੱਚ ਸੰਵਿਧਾਨ ਦੇ ਵਿੱਚ ਦਿੱਤਾ ਹੁੰਦਾ। 1947 ਦੇ ਬਾਅਦ ਜਿਹੜੇ ਆਰਟੀਕਲ ਦੇ ਵਿੱਚ ਵੀ ਵਾਧਾ ਹੋਇਆ, ਸ਼ਡਿਊਲਸ ਵਿੱਚ ਵੀ ਵਾਧਾ ਹੋਇਆ, ਤੋ ਪਾਰਟਸ ਦੇ ਵਿੱਚ ਵੀ ਵਾਧਾ ਹੋਇਆ। ਤਾਂ ਉਹ ਕਿਉਂ ਸਮੇਂ ਦੇ ਅਨੁਸਾਰ ਸਾਨੂੰ ਇਹਦੀ ਲੋੜ ਸੀ। ਔਰ ਹੁਣ ਕੇਂਦਰ ਸਰਕਾਰ ਨੇ ਐਸੇ ਕਾਫੀ ਕਾਨੂੰਨ ਜਿਹੜੇ ਉਹ ਰੱਦ ਕਰ ਦਿੱਤੇ ਹੈ ਜਿਹੜੇ ਪੁਰਾਣੇ ਸਾਨੂੰ ਨਹੀਂ ਚਾਹੀਦੇ ਸੀ। ਤੋ ਜਿਹੜੇ ਸੰਵਿਧਾਨ ਦੇ ਵਿੱਚ ਬਹੁਤ ਜ਼ਿਆਦਾ ਯੂਜ਼ 'ਚ ਨਹੀਂ ਆਉਂਦੇ ਜਾਂ ਜਿਹਨੂੰ ਅਸੀਂ ਯੂਜ਼ਲੈਸ ਸਮਝਦੇ ਹਾਂ, ਉਹ ਸੰਵਿਧਾਨ ਦੇ ਵਿੱਚੋਂ ਡਿਲੀਟ ਕਰ ਦਿੱਤੇ ਗਏ ਤੇ ਜਿਹੜੇ ਸਾਨੂੰ ਰਿਕੁਆਇਰਡ ਸੀ ਉਹ ਨਵੇਂ ਐਡ ਕਰ ਦਿੱਤੇ ਸਮੇਂ ਦੇ ਅਨੁਸਾਰ। ਤੋ ਇਹਦੇ ਵਿੱਚ ਉਹੀ ਪਾਰਲੀਮੈਂਟ ਦੇ ਵਿੱਚ ਪ੍ਰੈਜ਼ੀਡੈਂਟ, ਲੋਕ ਸਭਾ ਐਂਡ ਰਾਜ ਸਭਾ ਆਏਗੀ। ਔਰ ਟਾਈਪਸ ਆਫ ਲੈਜਿਸਲੇਚਰ ਕੀ ਹੁੰਦਾ ਹੈ, ਕਾਨੂੰਨ ਕੌਣ ਬਣਾਉਂਦਾ ਹੈ, ਕੇਂਦਰ ਵੀ ਬਣਾਉਂਦੀ ਹੈ ਔਰ ਰਾਜ ਸਰਕਾਰਾਂ ਵੀ ਬਣਾਉਂਦੀ। ਮੈਂ ਤੁਹਾਨੂੰ ਦੱਸਿਆ ਹੁਣੇ ਕਿ ਜਾਂ ਤਾਂ ਲੋਕ ਸਭਾ, ਰਾਜ ਸਭਾ ਬਣਾਉਂਦੀ ਹੈ ਦੋਨੋਂ ਕਾਨੂੰਨ, ਉਹ ਹੁੰਦੀ ਹੈ ਕੇਂਦਰ ਦੇ ਵਿੱਚ। ਔਰ ਰਾਜਾਂ ਦੀ ਜਿਹੜੀ ਹੈ ਆਪਣਾ ਲੈਜਿਸਲੇਚਰ ਹੁੰਦਾ, ਰਾਜ ਵੀ ਕਾਨੂੰਨ ਬਣਾਉਂਦੇ ਆ, ਉਹਨਾਂ ਨੂੰ ਕਹਿੰਦੇ ਸਟੇਟ ਲੈਜਿਸਲੇਚਰ। ਸੋ ਟਾਈਪਸ ਆਫ ਲੈਜਿਸਲੇਟਰ ਵੀ ਹੈ, ਲੈਜਿਸਲੇਚਰ ਵੀ ਹੈ, ਇੱਕ ਸੈਂਟਰਲ ਗਵਰਨਮੈਂਟ ਦਾ ਹੈ, ਇੱਕ ਸਟੇਟ ਗਵਰਨਮੈਂਟ। टाइप्स ऑफ लेजिस्लेचर ऑन द बेसिस ऑफ हाउस मतलब कि यूनिकैमरल ਉਹਨੂੰ ਕਹਿੰਦੇ ਆ ਔਰ ਬਾਈਕੈਮਰਲ ਕਹਿੰਦੇ ਆ ਇੰਗਲਿਸ਼ ਦੇ ਵਿੱਚ। ਠੀਕ ਹੈ ਜੀ, यूनिकैमरल मतलब कि ਇੱਕੋ ਹੀ ਹਾਊਸ ਹੋਏਗਾ ਔਰ ਬਾਈਕੈਮਰਲ ਦਾ ਮਤਲਬ ਹੁੰਦਾ ਹੈ ਕਿ ਦੋ ਹਾਊਸ ਹੋਣਗੇ। ठीक है, तो ਹੁਣ ਮੈਂ ਪੜੂੰਗਾ ਤੁਹਾਨੂੰ ਉਹਦੇ ਨਾਲ ਕਲੀਅਰ ਹੋ ਜਾਏਗਾ। यूनिकैमरल मतलब ਕਿ ਵਿਧਾਨ ਪਾਲਿਕਾ ਵਿੱਚ ਇੱਕੋ ਹੀ ਹਾਊਸ ਹੋਊਗਾ। ਹੁਣ ਇੱਕੋ ਹੀ ਹਾਊਸ ਹੋਊਗਾ ਮਤਲਬ ਕਿ ਰਾਜ ਸਰਕਾਰਾਂ ਦੇ ਵਿੱਚ ਹੁਣ ਇਸ ਵੇਲੇ ਸਾਡੇ ਕੋਲ ਕਿੰਨੀ ਸਟੇਟਸ ਹੈ, ਵੀ ਹੈਵ 28 ਸਟੇਟਸ। ਠੀਕ ਹੈ ਜੀ, 28 ਰਾਜ ਹਨ। ਤੋ 28 ਦੇ ਵਿੱਚ ਜਿਹੜੇ ਹੈ 22 ਰਾਜਾਂ ਦੇ ਵਿੱਚ ਜਿਹੜੀ ਹੈ ਉਹ यूनिकैमरल ਹੈ, ਮਤਲਬ ਕਿ ਇੱਕੋ ਹੀ ਸਦਨ ਹੈ। ਤੁਸੀਂ ਸਟੇਟ ਗਵਰਨਮੈਂਟ ਦੇਖੋ, ਰਾਜ ਸਰਕਾਰ ਦੇਖੋ, ਕੇਂਦਰ ਸਰਕਾਰ 'ਚ ਤਾਂ ਮੈਂ ਤੁਹਾਨੂੰ ਦੱਸਿਆ ਕਿ ਲੋਕ ਸਭਾ ਤੇ ਰਾਜ ਸਭਾ ਉਹ ਤਾਂ ਪੱਕੇ ਹੋਣੇ। ਲੇਕਿਨ ਰਾਜ ਸਰਕਾਰਾਂ ਦੇ ਵਿੱਚ ਕੀ ਹੈ, ਰਾਜ ਸਰਕਾਰਾਂ ਦੇ ਵਿੱਚ ਇੱਕ ਹਾਊਸ ਹੋਊਗਾ ਕਿ ਦੋ ਹਾਊਸ ਹੋਣਗੇ। ਸੈਂਟਰ 'ਚ ਤਾਂ ਦੋ ਹਾਊਸ ਹੈ, ਲੋਕ ਸਭਾ ਐਂਡ ਰਾਜ ਸਭਾ। ਤੇ ਸਟੇਟ ਦਾ ਕੀ ਸਟੇਟਸ ਹੈ, ਸਟੇਟਸ ਦੇ ਵਿੱਚ 22 ਸਟੇਟਸ ਦੇ ਵਿੱਚ 22 ਜਿਹੜੇ ਰਾਜ ਹੈਗੇ ਆ ਉਹਨਾਂ ਵਿੱਚ ਸਿਰਫ ਇੱਕ ਸਦਨੀ ਹੈ, ਵਿਧਾਨ ਸਭਾ ਹੀ ਹੈ। ਲੇਕਿਨ ਬਾਕੀ ਜਿਹੜੇ 6 ਹੈਗੇ ਆ ਉਹਦੇ ਵਿੱਚ ਕੀ ਹੈਗੇ ਆ, ਦੋ ਸਦਨੀ ਹੈ। ਹੁਣ ਤੁਸੀਂ ਦੇਖੋਗੇ ਇੱਥੇ ਕਿਉਂਕਿ ਪੁਰਾਣੀ ਹੈ ਇਸ ਕਰਕੇ ਇੱਥੇ ਲਿਖਿਆ 7 ਸਟੇਟਸ, ਹੁਣ 7 ਨਹੀਂ ਹੈ, ਇਟ ਇਜ਼ ਨਾउ 6। J&K ਜਿਹੜੀ ਉਹ ਖਤਮ ਹੋ ਗਈ ਹੈ ਨਾ ਸਟੇਟ, ਹੁਣ ਕਿੰਨੀਆਂ ਰਹਿ ਗਈਆਂ 6। ਤਾਂ ਟੋਟਲ ਕਿੰਨੀਆਂ ਸਾਡੀਆਂ 28। 22 ਇੱਧਰ ਜਿਹੜੀ ਇੱਕ ਸਦਨੀ ਹੈ, 6 ਇੱਧਰ ਜਿਨ੍ਹਾਂ 'ਚ ਦੋ ਸਦਨੀ ਹੈ। ਠੀਕ ਹੈ, ਔਰ ਯੂਨੀਅਨ ਟੈਰੀਟਰੀ ਕਿੰਨੀ ਹੈ ਸਾਡੀਆਂ 8, ਔਰ 8 ਵਿੱਚੋਂ
ਕਿਹਦੇ ਸੌਰੀ ਇੱਕ ਸਦਨ ਕਿਹੜੀ ਹੈਗੀ ਹੈ ਸਿੰਗਲ ਹਾਊਸ ਵਾਲੀ, ਦਿੱਲੀ ਐਂਡ ਪੁਡੂਚੇਰੀ। ਠੀਕ ਹੈ ਜੀ। ਹੁਣ ਇਹ ਕਿਹੜੇ ਰਾਜ ਹੈਗੇ ਆ ਤੁਸੀਂ ਦੇਖਿਓ, ਜਿਹੜਿਆਂ ਵਿੱਚ 2 ਸਦਨੀ ਹੈ, that is ਬਿਹਾਰ, ਤੇਲੰਗਾਨਾ, ਕਰਨਾਟਕਾ, ਮਹਾਰਾਸ਼ਟਰਾ, यूपी एंड आंध्र प्रदेश। ਹੁਣ ਕਈ ਵਾਰੀ ਸਾਨੂੰ ਇਹ ਯਾਦ ਨਹੀਂ ਰਹਿੰਦੇ, ਸਾਨੂੰ ਭੁੱਲ ਜਾਂਦੇ ਹੈਗੇ, ਸਾਨੂੰ ਯਾਦ ਨਹੀਂ ਰਹਿੰਦੇ, ਤਾਂ ਇਹਦਾ ਇੱਕ ਫਾਰਮੂਲਾ ਹੈਗਾ, ਉਹ ਤੁਸੀਂ ਯਾਦ ਰੱਖ ਸਕਦੇ ਹੋ, ਜਿਹਦੇ ਨਾਲ ਤੁਹਾਨੂੰ ਇਹ 6 ਰਾਜ ਜਿਹੜੇ ਯਾਦ ਰਹਿਣਗੇ ਕਿ ਬਿਹਾਰ ਆ ਕੇ, बिहार A आके, ठीक है, माँ से उत्तर मांगो, बिहार आके माँ से उत्तर मांगो। तो पहला तो बिहार ही हो गया, ए आके दा ए जिहड़ा हैगा वो आंध्र प्रदेश हो गया, के तो कर्नाटका हो गया, माँ दा एम तो महाराष्ट्र हो गया, उत्तर दा यू तो उत्तर प्रदेश हो गया, और मांगो से एम तो हो गया महाराष्ट्र। सो ये टोटल मिला के 6 राज हो गए, जिन्हां दे विच 2 सदनी विधान सभा, जो 2 सदनी कार्यपालिका है, जिहदे विच विधान सभा भी होएगी और विधान परिषद भी होएगी, जबकि 22 राज्यां दे विच सिर्फ विधान सभा होगी। तो ये क्वेश्चन बहुत बारी पूछा गया है कि दसो कि किहड़े राज्यां दे विच, किन्ने राज्यां दे विच 2 सदनी विधान कार्यपालिका, सॉरी विधान पालिका, 2 सदनी विधान पालिका, लेजिस्लेचर, ठीक है ना। तो ਉਹਦੇ ਚ ऑप्शन आंसर होएगा 6, ठीक है जी। तो हो सकता है वो JNK भी पा देन ऑप्शन ਦੇ ਵਿੱਚ, क्योंकि बच्चे कंफ्यूज हो जाएंगे कि जी स्टेट्स ਕਿੰਨੀਆਂ, ठीक है ना। तो ਉਹਦੇ ਹਿਸਾਬ ਨਾਲ ਫਿਰ ਉਹਨਾਂ ਨੇ ਤੁਹਾਨੂੰ थोड़ा NTSC ਚ थोड़ा, क्योंकि घुमा के क्वेश्चंस आते हैं, तो यही चेक ਕਰਦੇ ਕਿ ਤੁਹਾਨੂੰ ਇਹ ਤਾਂ ਨੌਲੇਜ ਹੈ स्टेट्स ਕਿੰਨੀਆਂ ਇਹਦੇ ਬਾਰੇ ਨੌਲੇਜ ਹੈ, कि UT ਕਿੰਨੀ ਹੈ ਇਹਦੇ ਬਾਰੇ ਨੌਲੇਜ ਹੈ कि नहीं, ठीक है। अच्छा ਹੁਣ बेटा ये भी ध्यान देना, कई बच्चों में कन्फ्यूजन हैगी है, 28 ਰਾਜ ਤਾਂ ਕਲੀਅਰ ਹੈ ਉਹਨਾਂ ਨੂੰ, ਜਦ UT ਦੀ ਗੱਲ ਕਰੋ ਤੇ ਉਹ 9 ਬੋਲਦੇ ਆ, 9 ਬੋਲਦੇ ਆ। ਉਹ ਕੀ ਕਹਿੰਦੇ ਕਿ ਸਰ 7 ਤਾਂ ਪਹਿਲਾਂ ਸੀਗੇ, 7 ਕੇਂਦਰ ਸ਼ਾਸਿਤ, ਤੇ 2 ਬਣ ਗਏ ਕਸ਼ਮੀਰ ਤੇ 1 ਬਣ ਗਿਆ ਲਦਾਖ, ਤਾਂ 9 ਹੋ ਗਏ। ਠੀਕ ਹੈ, ਤੁਸੀਂ ਠੀਕ ਹੈ ਬਿਲਕੁਲ। ਲੇਕਿਨ ਅਗਲੀ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਉਹ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕਿ ਦਾਦਰਾ ਨਗਰ ਹਵੇਲੀ ਔਰ ਦਮਨ ਦਿਊ ਇੱਕ ਹੋ ਗਏ, ਇਹ ਦੋਨਾਂ ਨੂੰ ਮਰਜ ਕਰਕੇ ਇੱਕ ਬਣਾਤਾ ਦਾਦਰਾ ਨਗਰ ਹਵੇਲੀ। ਤਾਂ ਹੁਣ ਫਿਰ ਕੀ ਹੋਇਆ, 9 ਤੋਂ ਕਿੰਨੇ ਹੋ ਗਏ 8। तो इस करके मैं इत्थे लिख भी दिता, we have 28 states and 8 UTs, ਉਹ 8 union territories ਹੈ। ਇਹ ਸਾਰਾ ਸੀਗਾ ਸਾਡਾ ਲੈਜਿਸਲੇਚਰ ਬਾਰੇ। ਹੁਣ ਲੈਜਿਸਲੇਚਰ ਦੇ ਵਿੱਚ ਆਪਾਂ ਪੜਨ ਜਾ ਰਹੇ ਹਾਂ ਕਿ ਪਾਰਲੀਮੈਂਟ ਜਿਹੜੀ ਹੈਗੀ ਹੈ ਉਹ ਕੀ ਰੋਲ ਕਰਦੀ। ਸੋ ਪਾਵਰ ਐਂਡ ਫੰਕਸ਼ਨਸ ਆਫ ਪਾਰਲੀਮੈਂਟ। ਸੋ ਪਾਰਲੀਮੈਂਟ ਕੋਲ ਜਿਹੜੀ ਹੈਗੀ ਹੈ ਉਹ ਲੈਜਿਸਲੇਟਿਵ ਪਾਵਰ ਹੈ, ਯਾਨੀ ਕਿ ਕਾਨੂੰਨ ਬਣਾਉਣ ਦੀ ਸ਼ਕਤੀ ਹੈ। ਫਾਈਨੈਂਸ਼ੀਅਲ ਪਾਵਰ ਮੀਨਸ ਜਿਹੜੀ ਹੈਗੀ ਹੈ ਉਹ ਫਾਈਨੈਂਸ਼ੀਅਲ ਪਾਵਰ ਮੀਨਸ ਜਿਹੜਾ ਤੁਹਾਨੂੰ ਫਾਈਨਾਂਸ ਨਾਲ ਰਿਲੇਟਡ ਜਿਹੜੀ ਸ਼ਕਤੀਆਂ ਹੁੰਦੀਆਂ ਉਹ ਹੈਗੀ ਹੈ। ਦੈਨ ਐਡਮਿਨਿਸਟ੍ਰੇਟਿਵ ਪਾਵਰ, ਦੈਨ ਪਾਵਰ ਟੂ ਅਮੈਂਡ ਕਨਸਟੀਟਿਊਸ਼ਨ, ਬਦਲਾਅ ਕਰਨ ਵਾਸਤੇ, ਜੇ ਕਨਸਟੀਟਿਊਸ਼ਨ ਜੇ ਸੰਵਿਧਾਨ ਦੇ ਵਿੱਚ ਬਦਲਾਅ ਕਰਨਾ ਉਹ ਵੀ ਪਾਵਰ ਹੈ। ਇਲੈਕਟੋਰਲ ਪਾਵਰ ਵੀ ਤੁਹਾਨੂੰ ਅੱਗੇ ਦੱਸੂਗਾ ਕਿਹੜੀਆਂ ਕਿਹੜੀਆਂ, ਇਹ ਜੇ ਮੈਂ ਇਹ ਚ ਕਵਰ ਜਿਹੜਾ ਆਪਾਂ ਕਰਨਾ ਮੈਂ ਤੁਹਾਨੂੰ ਉਹ ਦੱਸ ਰਿਹਾ। ਅਦਰ ਪਾਵਰਸ ਚ ਆ ਗਿਆ ਇੰਪੀਚਮੈਂਟ ਐਂਡ ਰਿਮੂਵਲ ਜਾਂ ਐਮਰਜੈਂਸੀ ਲਗਾਉਣਾ। ਇਹ ਸਾਰੇ ਟੌਪਿਕ ਜਿਹੜੇ ਆ ਆਪਾਂ ਹੁਣ ਇਹਦੇ ਚ ਇੱਕ ਇੱਕ ਕਰਕੇ ਲਾ, ਠੀਕ। ਪਾਰਲੀਮੈਂਟ ਇਹ ਸਾਰਾ ਕੰਮ ਕਰਦੀ ਹੈ। ਜੇ ਤੁਸੀਂ ਇਹ ਕਰ ਲਓਗੇ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਪਾਰਲੀਮੈਂਟ ਕੀ ਕਰਦੀ ਹੈ, ਔਰ ਇਸ ਤੋਂ ਉੱਪਰ ਜਿਹੜਾ ਕੁਐਸਚਨ ਨਹੀਂ ਪੁੱਛ ਸਕਦੇ, ਠੀਕ ਹੈ। तो legislative power च की कहते हैं, कहते though the president is the constitutional head of the institution, executive president is not an integral part of the parliament, is also an integral part of parliament। ਹੁਣ ਕਹਿਣ ਦਾ ਮਤਲਬ ਹੈ ਕਿ ਐਗਜ਼ੈਕਟਿਵ ਜਿਹੜੀ ਹੈ, ਐਗਜ਼ੀਕਿਊਟਿਵ ਪਾਵਰ ਜਿਹੜੀ ਹੈਗੀ ਆ ਉਹ ਪਾਰਲੀਮੈਂਟ ਕੋਲ ਹੁੰਦੀ ਹੈ, ਠੀਕ ਹੈ, ਲੇਕਿਨ ਪ੍ਰੈਜ਼ੀਡੈਂਟ ਵੀ ਉਹਦਾ ਪਾਰਟ ਪਾਰਲੀਮੈਂਟ ਦਾ ਹੁੰਦਾ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਚੁੱਕਾ ਕਿ ਪਾਰਲੀਮੈਂਟ ਚ ਲੋਕ ਸਭਾ ਰਾਜ ਸਭਾ ਤਾਂ ਹੋਊਗੀ, ਉਹਨਾਂ ਨੇ ਕਾਨੂੰਨ ਬਣਾਉਣਾ, ਪਰ ਰਾਸ਼ਟਰਪਤੀ ਜੀ ਵੀ ਉਹਨਾਂ ਦਾ ਹਿੱਸਾ ਹੁੰਦੇ, ਠੀਕ ਹੈ। ਤੋ ਇਹ ਲੈਜਿਸਲੇਟਿਵ ਪਾਵਰਸ ਹੋ ਗਈ। ਦੈਨ ਫਾਈਨੈਂਸ਼ੀਅਲ ਪਾਵਰਸ, ਫਾਈਨੈਂਸ਼ੀਅਲ ਪਾਵਰ ਦੇ ਵਿੱਚ ਕੀ ਹੁੰਦਾ ਹੈ,
फाइनेंशियल पावर ਦੇ ਵਿੱਚ ਕੀ ਹੈ, the constitution has provided financial powers only to lok sabha and raj sabha has a secondary role in it। मतलब कि ਲੋਕ ਸਭਾ ਲੋਅਰ ਹਾਊਸ ਜਿਹਨੂੰ ਤੁਸੀਂ ਕਹਿੰਦੇ ਆ ਥੱਲੜਾ ਸਦਨ, ਇਹ ਕਈ ਬੱਚੇ ਇਹ 'ਚ ਵੀ ਕਨਫਿਊਜ਼ ਹੋ ਜਾਂਦੇ ਆ ਕਿ ਬਈ ਲੋਕ ਸਭਾ ਤਾਂ ਇੰਨਾ ਕੰਮ ਕਰਦਾ, ਫਿਰ ਲੋਕ ਸਭਾ ਉੱਪਰਲਾ ਸਦਨ ਹੈ ਕਿ ਥੱਲੜਾ ਸਦਨ ਹੈ? ਲੋਕ ਸਭਾ ਇਜ਼ ਦ ਲੋਅਰ ਹਾਊਸ, ਥੱਲੜਾ ਸਦਨ ਹੈ, ਅਸਥਾਈ ਸਦਨ ਹੈ। ਅਸਥਾਈ ਕਿਉਂ ਹੈ? ਕਿਉਂਕਿ 5 ਸਾਲ ਬਾਅਦ ਜਿਹੜਾ ਹੈ ਉਹ ਖਤਮ ਹੋ ਜਾਣਾ। ਲੇਕਿਨ ਜਿਹੜਾ ਰਾਜ ਸਭਾ ਹੈ ਉਹ ਹਰ 2 ਸਾਲ ਬਾਅਦ ਜਿਹੜੇ ਬੰਦੇ ਆ ਉਹ ਰਿਟਾਇਰ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਨਵੇਂ ਜਿਹੜੇ ਆ ਉਹ ਆਣੇ ਸ਼ੁਰੂ ਹੋ ਜਾਂਦੇ। ਇਸ ਕਰਕੇ ਉਹ ਕਦੀ ਜਿਹੜਾ ਹੈ ਸਦਨ ਭੰਗ ਨਹੀਂ ਹੁੰਦਾ, ਉਹ ਸਥਾਈ ਸਦਨ ਹੈ ਰਾਜ ਸਭਾ। ਔਰ ਰਾਜ ਸਭਾ ਉੱਪਰਲਾ ਸਦਨ ਹੈ, ਸਥਾਈ ਸਦਨ ਹੈ, ਉੱਪਰਲਾ ਸਦਨ ਹੈ। ਲੋਕ ਸਭਾ ਥੱਲੜਾ ਸਦਨ ਹੈ ਔਰ ਅਸਥਾਈ ਸਦਨ ਹੈ। 5 ਸਾਲ ਬਾਅਦ ਗਵਰਨਮੈਂਟ ਜਿਹੜੀ ਹੈ ਉਹ ਚੇਂਜ ਹੋ ਜਾਂਦੀ ਹੈ, ਨਵੇਂ ਬੰਦੇ ਜਿਹੜੇ ਹੈ ਮੈਂਬਰ ਆਫ ਪਾਰਲੀਮੈਂਟ ਜਿਹੜੇ ਉਹ ਚੁਣ ਕੇ ਆਉਂਦੇ ਆ। ਤਾਂ ਫਾਈਨੈਂਸ਼ੀਅਲ ਪਾਵਰ ਦੇ ਵਿੱਚ ਜਿਹੜੀ ਹੈ ਕਨਸਟੀਟਿਊਸ਼ਨ ਵਿੱਚ ਕਹਿੰਦਾ ਹੈ ਕਿ ਲੋਕ ਸਭਾ ਐਂਡ ਰਾਜ ਸਭਾ ਦੋਨਾਂ ਕੋਲ ਫਾਈਨੈਂਸ਼ੀਅਲ ਹੈ, ਲੇਕਿਨ ਲੋਕ ਸਭਾ ਰਾਜ ਸਭਾ ਕੋਲ ਸੈਕੰਡਰੀ ਰੋਲ ਇਨ ਇਟ ਹੈ ਕਿ ਹਿੱਸਾ ਪਾਉਂਦਾ ਹੈ ਪਰ ਬਾਅਦ ਸੈਕੰਡਰੀ ਰੋਲ ਹੈ। ਮੇਨ ਰੋਲ ਇਜ਼ ਆਫ ਲੋਕ ਸਭਾ। ਆਰਟੀਕਲ 109 says that money bill can, ਹੁਣ ਧਿਆਨ ਨਾਲ ਬੇਟਾ ਇਹ ਸੁਣਨਾ, ਫਾਈਨੈਂਸ਼ੀਅਲ ਪਾਵਰ ਮੈਂ ਦੱਸ ਰਿਹਾ ਐਨ ਇੰਪੋਰਟੈਂਟ ਵਨ। ਮੈਂ ਸਟ੍ਰੈਸ ਦੇ ਕੇ ਇੰਪੋਰਟੈਂਟ ਇਸ ਕਰਕੇ ਕਹੂੰਗਾ ਕਿਉਂਕਿ ਇਹ 'ਚ ਕੁਐਸਚਨ ਪੁੱਛਿਆ ਜਾ ਸਕਦਾ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਹਾਡੇ 10ਵੀਂ ਦੇ ਬੋਰਡ ਦੇ ਕਲਾਸਾਂ ਦੇ ਵਿੱਚ ਵੀ ਇਹ ਕੁਐਸਚਨ ਪੁੱਛਦੇ ਆ ਜਾਂ ਹੁਣ ਜਿਹੜੇ ਹੋਣੇ ਆ ਮੇ ਬੀ ਉਸ 'ਚ ਵੀ ਪੁੱਛ ਸਕਦੇ। ਤਾਂ ਆਰਟੀਕਲ 109 ਕੀ ਕਹਿੰਦਾ ਹੈ ਆਫ ਦ ਕਨਸਟੀਟਿਊਸ਼ਨ? ਕਹਿੰਦਾ ਹੈ ਕਿ ਜਿਹੜਾ ਧਨ ਬਿੱਲ ਹੈ, ਮਨੀ ਬਿੱਲ ਹੈ, ਉਹ ਸਿਰਫ ਲੋਕ ਸਭਾ 'ਚ ਪੇਸ਼ ਹੁੰਦਾ ਹੈ, ਰਾਜ ਸਭਾ 'ਚ ਨਹੀਂ ਹੁੰਦਾ। ਬਾਕੀ ਜਿਹੜੇ ਬਿੱਲ ਹੈਗੇ ਆ ਸਧਾਰਨ ਬਿੱਲ ਜਿਹਨੂੰ ਅਸੀਂ ਆਰਡੀਨਰੀ ਬਿੱਲ ਕਹਿੰਦੇ ਆ, ਇਟ ਕੈਨ ਬੀ ਟੇਬਲਡ on in both the houses, either in ਲੋਕ ਸਭਾ or in ਰਾਜ ਸਭਾ, ਦੋਨੋਂ ਹਾਊਸ 'ਚ ਹੋ ਸਕਦਾ। ਠੀਕ ਹੈ, ਲੇਕਿਨ ਜਿਹੜਾ ਧਨ ਬਿੱਲ ਹੈ ਉਹ ਸਿਰਫ ਔਰ ਕਿੱਥੇ ਹੋਊਗਾ? ਲੋਕ ਸਭਾ ਦੇ ਵਿੱਚ। one thing। ਦੂਸਰੀ ਗੱਲ, once the money bill is passed by Lok Sabha, it is sent to Rajya Sabha. It is necessary for Rajya Sabha to return the bill in 14 days. This is important। ਹੁਣ ਕਹਿੰਦਾ ਹੈ ਕਿ ਧਨ ਬਿੱਲ ਜਿਹੜਾ ਲੋਕ ਸਭਾ 'ਚ ਪੇਸ਼ ਹੋਇਆ, ਲੋਕ ਸਭਾ ਨੇ ਸਹਿਮਤੀ ਲਈ ਰਾਜ ਸਭਾ ਭੇਜਿਆ, ਰਾਜ ਸਭਾ ਦੇ ਬਿੱਲ ਜਿਹੜਾ ਗਿਆ ਕਹਿੰਦਾ 14 ਦਿਨਾਂ ਦੇ ਅੰਦਰ ਅੰਦਰ ਨਾਲ ਲਾਜ਼ਮੀ ਹੈਗਾ। ਇਹ ਰਾਜ ਸਭਾ ਕੈਨ ਐਡਵਾਈਜ਼ ਟੂ ਮੇਕ ਅਮੈਂਡਮੈਂਟਸ। ਹਾਂਜੀ, ਰਾਜ ਸਭਾ ਕਹਿੰਦਾ ਸੁਝਾਅ ਦੇ ਸਕਦੀ ਹੈ, ਆਰਡਰ ਨਹੀਂ ਦੇ ਸਕਦੀ। ਰਾਜ ਸਭਾ ਆਰਡਰ ਨਹੀਂ ਦੇ ਸਕਦੀ, ਸੁਝਾਅ ਦੇ ਸਕਦੀ ਹੈ ਕਿ ਜਿਹੜੀ ਧਨ ਬਿੱਲ ਹੈ ਉਹ 'ਚ ਇਹ ਸੋਧਾਂ ਹੋ ਸਕਦੀਆਂ, ਗੁੰਜਾਇਸ਼ ਹੈਗੀ ਹੈ। ਬਟ ਟੂ ਅਸੈਪਟ or reject, it depends on the choice of the ਲੋਕ ਸਭਾ। ਇਹ ਲੋਕ ਸਭਾ ਦੇ ਅਧਿਕਾਰ ਖੇਤਰ 'ਚ ਹੈ ਕਿ ਕੀ ਉਹ ਜਿਹੜੇ ਰਾਜ ਸਭਾ ਨੇ ਐਡਵਾਈਸ ਦਿੱਤੀ, ਸਾਨੂੰ ਸੁਝਾਅ ਦਿੱਤੇ ਹੈ, ਉਹਨੂੰ ਮੰਨਿਆ ਜਾਏ ਜਾਂ ਨਾ ਮੰਨਿਆ ਜਾਏ। ਔਰ ਜੇ ਬਿੱਲ 14 ਦਿਨਾਂ ਦੇ ਅੰਦਰ ਮੁੜ ਕੇ ਵਾਪਸ ਨਹੀਂ ਆਉਂਦਾ ਤੇ ਧਨ ਬਿੱਲ ਨੂੰ ਜਿਹੜਾ ਹੈ ਆਟੋਮੈਟਿਕਲੀ ਲੋਕ ਸਭਾ ਪਾਸ ਕਰ ਦਿੰਦੀ ਹੈ ਔਰ ਰਾਸ਼ਟਰਪਤੀ ਦੇ ਹਸਤਾਖਰਾਂ ਲਈ ਭੇਜ ਦਿੰਦੀ। ਪਰ ਏਦਾਂ ਕਦੀ ਹੋਇਆ ਨਹੀਂ, ਨਾਟ ਇਨ ਹਿਸਟਰੀ ਹਜੇ ਤੱਕ, ਜਦੋਂ ਤੋਂ ਆਪਾਂ ਆਜ਼ਾਦ ਨੇ ਇਦਾਂ ਹੋਇਆ ਨਹੀਂ। ਰੀਜ਼ਨ ਬੀਇੰਗ ਕਿ ਜਿਹੜਾ ਧਨ ਬਿੱਲ ਹੈ ਦੇਸ਼ ਰੁਕ ਜਾਏਗਾ ਉਹਦੇ, ਇਸ ਕਰਕੇ ਇਹਨੂੰ ਪਾਸ ਕਰਨਾ ਬਹੁਤ ਲਾਜ਼ਮੀ ਹੈ। ਕੋਈ ਸਾਰੇ ਕੰਮ ਪੈਸੇ ਨਾਲ ਹੁੰਦੇ ਆ, ਇਸ ਕਰਕੇ ਧਨ ਬਿੱਲ ਜਿਹੜਾ ਹੈ ਉਹ ਪਾਸ ਹੋਣਾ ਲਾਜ਼ਮੀ ਹੈ ਔਰ ਛੇਤੀ ਹੈ। ਤਾਂ ਇੰਨਾ ਟਾਈਮ ਕਦੀ ਨਹੀਂ ਲੱਗਦਾ। 14 ਡੇਜ਼ ਬਹੁਤ ਲੰਬਾ ਸਮਾਂ ਪਹਿਲਾਂ ਹੀ ਹੋ ਕੇ ਆ ਜਾਂਦਾ ਔਰ ਕੋਈ ਇਹਨੂੰ ਕਿਸੇ ਨੂੰ ਕਦੀ ਰਾਜ ਸਭਾ ਨੇ ਇਹਨੂੰ ਰੋਕਿਆ ਨਹੀਂ ਹੈਗਾ ਔਰ ਨਾ ਹੀ ਰੁਕਦਾ। ਇਹ ਆਟੋਮੈਟਿਕਲੀ ਰਾਸ਼ਟਰਪਤੀ ਦੇ ਕੋਲ ਚਲਾ ਜਾਂਦਾ ਸਾਈਨ ਹੋਣ ਲਈ ਔਰ ਇਹ ਧਨ ਬਿੱਲ ਜਿਹੜਾ ਉਹ ਪਾਸ ਹੋ ਜਾਂਦਾ। ਤਾਂ ਇਹ ਫਾਈਨੈਂਸ਼ੀਅਲ ਪਾਵਰ ਹੋ ਗਈ। ਠੀਕ ਹੈ ਜੀ। ਦੈਨ ਕਮਸ law making procedure। ਉਹੀ ਪ੍ਰੋਸੀਜਰ ਕੀ ਹੋਊਗਾ? ਤੁਹਾਨੂੰ ਦੱਸਿਆ ਕਿ ਇੱਕ ਬਿੱਲ ਹੋਊਗਾ, ਜੇ ਤਾਂ ਆਰਡੀਨਰੀ ਬਿੱਲ ਹੈ ਉਹ ਲੋਕ ਸਭਾ 'ਚ ਵੀ ਪੇਸ਼ ਹੋ ਸਕਦਾ, ਰਾਜ ਸਭਾ 'ਚ ਵੀ ਪੇਸ਼ ਹੋ ਸਕਦਾ। ਠੀਕ ਹੈ, ਲੇਕਿਨ ਜੇ ਧਨ ਬਿੱਲ ਹੈ ਉਹ ਇੱਥੇ ਪੇਸ਼ ਹੋਏਗਾ, ਇੱਥੇ ਪੇਸ਼ ਨਹੀਂ ਹੋਏਗਾ, ਇੱਥੇ ਸਿਰਫ ਜਾਏਗਾ ਉਹਨਾਂ ਦੇ ਸੁਝਾਵਾਂ ਲਈ। ਤੇ ਜਿਹੜਾ ਆਮ ਬਿੱਲ ਹੈ ਉਹ ਇੱਥੇ ਵੀ ਆ ਸਕਦਾ, ਇੱਥੇ ਵੀ ਆ ਸਕਦਾ। ਠੀਕ ਹੈ, ਤੋ ਬਿੱਲ ਲੋਕ ਸਭਾ 'ਚ ਵੀ ਆਉਂਦਾ, ਰਾਜ ਸਭਾ 'ਚ ਵੀ ਆਉਂਦਾ, ਇਹ ਗੱਲ ਕਰ ਰਹੇ ਸੀ, ਔਰ ਇੱਧਰ ਉੱਧਰ ਵੀ ਜਾਂਦਾ। ਦੈਨ ਉਸ ਤੋਂ ਬਾਅਦ ਫਿਰ ਇਹ ਪ੍ਰੈਜ਼ੀਡੈਂਟ ਜਿਹੜੇ ਰਾਸ਼ਟਰਪਤੀ ਜੀ ਆ ਉਹਨਾਂ ਦੇ ਹਸਤਾਖਰਾਂ ਲਈ ਜਿਹੜੇ ਹੈ ਉਹ ਸਾਈਨ ਹੋਣ ਲਈ ਚਲਾ ਜਾਂਦਾ ਔਰ ਉਸ ਤੋਂ ਬਾਅਦ ਇਹ ਜਿਹੜਾ ਹੈ ਕਾਨੂੰਨ ਐਕਟ ਬਣ ਜਾਂਦਾ ਹੈ, ਕਾਨੂੰਨ ਬਣ ਜਾਂਦਾ, ਰਾਈਟ। ਇਹ ਜਿਹੜਾ ਸੀਗਾ ਲਾਅ ਮੇਕਿੰਗ ਪ੍ਰੋਸੈਸ ਸੀਗਾ। ਬਿੱਲ ਜਿਹੜਾ ਹੈਗਾ ਇੱਥੇ ਵੀ ਪੇਸ਼ ਹੋ ਸਕਦਾ, ਰਾਜ ਸਭਾ 'ਚ ਵੀ ਪੇਸ਼ ਹੋ ਸਕਦਾ, ਲੇਕਿਨ ਧਨ ਬਿੱਲ ਸਿਰਫ ਪਹਿਲਾਂ ਲੋਕ ਸਭਾ 'ਚ ਪੇਸ਼ ਹੋਏਗਾ, ਇੱਥੇ ਹੀ ਪੇਸ਼ ਹੁੰਦਾ, ਸੁਝਾਅ ਲਈ ਇਹਨਾਂ ਕੋਲ ਜਾਂਦਾ, 14 ਦਿਨਾਂ 'ਚ ਵਾਪਸ ਆਉਣਾ ਚਾਹੀਦਾ, ਨਹੀਂ ਤਾਂ ਇਹ ਆਟੋਮੈਟਿਕਲੀ ਪਾਸ ਹੋ ਜਾਂਦਾ। ਇਹਨਾਂ ਕੋਲ ਚਲਾ ਜਾਂਦਾ, ਇਹ ਸਾਈਨ ਕਰ ਦਿੰਦੇ ਆ, ਫਿਰ ਉਹ ਕਾਨੂੰਨ ਬਣ ਜਾਂਦਾ।
ਰਾਈਟ। ਬਜਟ ਸੈਸ਼ਨ, ਹੁਣ ਜਿਹੜਾ ਬਜਟ ਸੈਸ਼ਨ ਹੈ ਇਹ ਕੀ ਹੁੰਦਾ? ਬਜਟ ਸੈਸ਼ਨ ਦੇ ਵਿੱਚ ਸਰਕਾਰ ਹਰ ਸਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਘਰ ਦੇ ਵਿੱਚ ਵੀ ਬਜਟ ਬਣਾਉਂਦੇ ਹਾਂ, ਇਸੇ ਤਰ੍ਹਾਂ ਸਰਕਾਰ ਵੀ ਆਪਣਾ ਬਜਟ ਬਣਾਉਂਦੀ ਹੈ, ਹਰ ਸਾਲ ਬਣਾਉਂਦੀ ਹੈ। ਹਰ ਸਾਲ ਉਹ ਆਪਣੇ ਖਰਚਿਆਂ ਦਾ, ਆਮਦਨ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਦੇਸ਼ ਦੇ ਅੱਗੇ ਰੱਖਦੀ ਹੈ, ਔਰ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਦੇਸ਼ ਦੇ ਬਾਰੇ ਕੀ ਸੋਚਿਆ ਉਹ ਦੱਸਦੀ ਹੈ। ਤੋ ਦੇਖਿਆ ਜਾਏ ਤਾਂ ਕਦੀ ਵੀ ਅੱਜ ਤੱਕ ਜਿਹੜਾ ਹੈ ਸਰਕਾਰ ਨੂੰ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਹਮੇਸ਼ਾ ਘਾਟਾ ਹੀ ਪਿਆ, ਫਾਇਦਾ ਨਹੀਂ ਹੋਇਆ। ਰੀਜ਼ਨ ਮੀਨ ਕਿ ਖਰਚਾ ਜਿਹੜਾ ਹੈ ਜਨਸੰਖਿਆ ਦੇ ਹਿਸਾਬ ਨਾਲ ਜ਼ਿਆਦਾ ਹੈ, ਔਰ ਆਮਦਨ ਜਿਹੜੀ ਹੈ ਸਾਡੀ ਟੈਕਸ ਦੇ ਰੂਪ ਵਿੱਚ ਜਿਹੜੀਆਂ ਇਕੱਠੀਆਂ ਹੁੰਦੀਆਂ, ਉਹ ਸਰਕਾਰ ਨੂੰ ਬਹੁਤ ਕੁਝ ਸੋਚਣਾ ਪੈਂਦਾ ਹੈ। ਪੈਸੇ ਕਿੱਦਾਂ ਇਕੱਠੇ ਹੋਣਗੇ, ਤਨਖਾਹਾਂ ਹੈ ਕਰਮਚਾਰੀਆਂ ਦੀਆਂ, ਪੈਨਸ਼ਨਾਂ ਹੈ, ਹੋਰ ਸਹੂਲਤਾਂ ਹੈ, ਸੋਸ਼ਲ ਵੈਲਫੇਅਰ ਹੈ, ਕਿੱਦਾਂ ਕਰਾਂਗੇ? ਇਹ ਸਾਰਾ ਇਸ ਕਰਕੇ ਟੈਕਸ ਲਾਉਂਦੀ ਹੈ। ਪੈਟਰੋਲ ਤੇ ਹੈ, ਗੈਸ ਤੇ ਹੈ, ਐਂਡ ਸੋ ਔਨ, ਹਰ ਇੱਕ ਚੀਜ਼ ਤੇ ਲੱਗਦਾ, ਖਾਣ ਪੀਣ ਵਾਲੀ ਚੀਜ਼ਾਂ ਤੇ ਵੀ ਲੱਗਦਾ। ਔਰ ਇਨਕਮ ਟੈਕਸ ਵਿੱਚ ਕਈ ਪ੍ਰਕਾਰ ਦੇ ਟੈਕਸ ਹੈ, ਅੱਗੇ ਬਹੁਤ ਜ਼ਿਆਦਾ ਲੰਬਾ, ਮੈਂ ਜ਼ਿਆਦਾ ਉਹ 'ਚ ਨਹੀਂ ਡਿਟੇਲ ਜਾਊਂਗਾ, ਪਰ ਬਜਟ ਸੈਸ਼ਨ ਦੇ ਵਿੱਚ ਇਹੀ ਡਿਸਾਈਡ ਕਰਦੇ ਹਾਂ ਕਿ ਬਜਟ ਜਿਹੜਾ ਹੈ ਉਹ ਲੋਕ ਸਭਾ ਦੇ ਵਿੱਚ ਪਾਸ ਹੁੰਦਾ ਹਰ ਸਾਲ, ਔਰ ਸਰਕਾਰ ਆਪਣੇ ਜਿਹੜੇ ਹੈ ਖਰਚਿਆਂ ਤੇ ਆਮਦਨ ਦਾ ਬਿਊਰਾ ਦਿੰਦੀ ਹੈ, ਔਰ ਆਉਣ ਵਾਲੀ ਪਲੈਨਿੰਗ ਕਰਦੀ ਹੈ ਕਿ ਆਉਣ ਵਾਲੇ ਜਿਹੜਾ ਹੈ ਉਹ ਅਸੀਂ ਕੀ ਕਰਾਂਗੇ। ਔਰ ਇਹ ਤੇ ਬਹਿਸ ਹੁੰਦੀ ਹੈ ਕਿ ਪਹਿਲਾਂ ਬਹਿਸ ਹੁੰਦੀ ਹੈ ਬਜਟ ਸੈਸ਼ਨ, ਉਸ ਤੋਂ ਬਾਅਦ ਜਿਹੜਾ ਹੈ ਉਹਦੇ ਤੇ ਪਾਸ ਹੁੰਦਾ। ਦੈਨ ਕਮਸ ਦਾ ਇਲੈਕਟੋਰਲ ਪਾਵਰ। ਇਲੈਕਟੋਰਲ ਪਾਵਰ ਕੀ ਹੈ? ਆਰਟੀਕਲ 54 ਜਿਹੜਾ ਹੈ ਉਹ ਪਾਰਲੀਮੈਂਟ ਨੂੰ ਪਾਵਰ ਦਿੰਦਾ। ਕਾਹਦੀ ਪਾਵਰ ਹੈ ਕਿ elected members of Lok Sabha can elect the president along with the elected member of Rajya Sabha and Legislative Assembly. ਆਰਟੀਕਲ 54 ਸੰਵਿਧਾਨ ਦਾ ਕਹਿੰਦਾ ਕਿ ਜੀ ਤੁਹਾਡੇ ਕੋਲ ਸ਼ਕਤੀ ਹੈ, ਕਿੰਨਾ ਕੋਲ? ਲੋਕ ਸਭਾ ਔਰ ਰਾਜ ਸਭਾ ਕੋਲ ਸ਼ਕਤੀ ਹੈ ਆਰਟੀਕਲ 54 ਦੇ ਅਨੁਸਾਰ ਕਿ ਤੁਸੀਂ ਰਾਸ਼ਟਰਪਤੀ ਦੀ ਚੋਣ ਕਰੋ। ਰਾਸ਼ਟਰਪਤੀ ਦੀ ਚੋਣ ਜਿਹੜੀ ਹੈ ਬੱਚਿਓ, ਉਹ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਸਿੱਧੀ ਨਹੀਂ ਹੁੰਦੀ। ਇਹੀ ਚੋਣ ਜਿਹੜੀ ਹੈਗੀ ਆ ਉਹ ਤੁਹਾਨੂੰ ਮੈਂ ਅੱਗੇ ਦੱਸੂਗਾ। ਇਹੀ ਚੋਣ ਜਿਹੜੀ ਹੈਗੀ ਆ, ਜਾਂ ਜਿਹੜੀ ਇਹ ਆਪਣੇ ਪ੍ਰੈਜ਼ੀਡੈਂਟ ਦੀ ਜਿਹੜੀ ਔਰ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਚੋਣ ਹੈ, ਇਹ ਸਿੱਧੇ ਨਹੀਂ ਹੁੰਦੀ, ਅਸਿੱਧੇ ਤੌਰ ਤੇ ਹੁੰਦੀ, ਇਨਡਾਇਰੈਕਟ। ਬਾਕੀ ਸਾਰੀਆਂ ਡਾਇਰੈਕਟ ਹੁੰਦੀਆਂ, ਸਿਰਫ ਇਹ ਦੋ ਉਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਡਾਇਰੈਕਟ ਹੁੰਦੀਆਂ, ਇਹ ਇਨਡਾਇਰੈਕਟ ਹੁੰਦੀ। ਇਨਡਾਇਰੈਕਟ ਕਿੱਦਾਂ? ਮਤਲਬ ਅਸੀਂ ਜਿਹੜੇ ਬੰਦੇ ਚੁਣ ਕੇ ਲੋਕ ਸਭਾ ਭੇਜੇ ਹੈ ਜਾਂ ਰਾਜ ਸਭਾ ਗਏ ਹੈ, ਉਹ ਬੰਦੇ, ਔਰ ਜਿਹੜੇ ਅਸੀਂ ਚੁਣ ਕੇ ਐਮਐਲਏ ਬਣਾਏ ਆ, ਵਿਧਾਨ ਸਭਾ 'ਚ ਭੇਜੇ ਆ, ਜਾਂ ਉਹ ਵਿਧਾਨ ਪਰਿਸ਼ਦ ਦੇ ਮੈਂਬਰ ਹੈਗੇ ਆ, ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਵਿਧਾਨ ਪਰਿਸ਼ਦ, ਇਹ ਸਾਰੇ ਰਲ ਕੇ VOTING ਕਰਦੇ ਆ ਰਾਸ਼ਟਰਪਤੀ ਨੂੰ ਚੁਣਨ ਲਈ। ਆਰਟੀਕਲ 54 ਦੇ ਵਹੀ ਉਹਨੇ ਕਿਹਾ ਕਿ ਲਿਖਿਆ ਲੋਕ ਸਭਾ, ਰਾਜ ਸਭਾ ਐਂਡ ਲੈਜਿਸਲੇਟਿਵ ਅਸੈਂਬਲੀ। ਲੈਜਿਸਲੇਟਿਵ ਮਤਲਬ ਕਿ ਰਾਜਾਂ ਦੀਆਂ ਵਿਧਾਨ पालिका, विधान सभा चल कह लो या विधान परिषद कह लो, ठीक है। तो उस तो बाद आ गया जी ये 54 ने किया। आर्टिकल 66 की कहना है कि ਆਪਾਂ ਇੱਕ ਵਾਈਸ ਪ੍ਰੈਜ਼ੀਡੈਂਟ ਵੀ ਚੁਣਨਾ, ਅਸੀਂ ਨਹੀਂ ਚੁਣਨਾ, ਮਤਲਬ ਉਹਨਾਂ ਨੇ ਚੁਣਨਾ ਲੋਕ ਸਭਾ, ਰਾਜ ਸਭਾ ਤੇ ਲੈਜਿਸਲੇਟਿਵ ਅਸੈਂਬਲੀਜ਼ ਨੇ। ਆਰਟੀਕਲ 66, ਆਰਟੀਕਲ 54 ਰਾਸ਼ਟਰਪਤੀ ਜੀ ਵਾਸਤੇ ਔਰ ਆਰਟੀਕਲ 66 ਉਪ ਰਾਸ਼ਟਰਪਤੀ ਜੀ ਵਾਸਤੇ ਕਿ ਉਹਨਾਂ ਦੀ ਚੋਣ ਜਿਹੜੀ ਹੈਗੀ ਹੈ ਉਹ ਕਰਨੀ, ठीक है। फिर उस तो बाद आ गया इंपीचमेंट जुडिशियल पावर्स, ठीक है। इंपीचमेंट जुडिशियल पावर्स ये की ਹੁੰਦੀ ਹੈ? ਕਹਿੰਦਾ ਜੀ ਇਹਦੇ ਚ ਦੱਸਿਆ ਕਿ ਜੇ ਪ੍ਰੈਜ਼ੀਡੈਂਟ ਵਾਇਲੇਟਸ ਦ ਕਨਸਟੀਟਿਊਸ਼ਨ, both the houses of parliament can pass the impeachment motion against president। impeachment मतलब ਕੀ ਹੈ ਕਿ ਮਹਾਭਿਯੋਗ ਲਾਣਾ। ਮਹਾਭਿਯੋਗ ਮਤਲਬ ਦੋਸ਼ ਲਾਣਾ, ਮਹਾਦੋਸ਼ ਲਾਣਾ ਜਾਂ ਮਹਾਭਿਯੋਗ ਨੂੰ ਕਹਿੰਦੇ ਆ ਟੈਕਨੀਕਲ ਲੈਂਗੁਏਜ ਦੇ ਵਿੱਚ, ਕਿ ਜੇ ਰਾਸ਼ਟਰਪਤੀ ਤੇ ਦੋਸ਼ ਕੀ ਲੱਗ ਸਕਦਾ? ਰਾਸ਼ਟਰਪਤੀ ਦੋਸ਼ ਇਹੀ ਲੱਗ ਸਕਦਾ ਕਿ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕੀਤਾ, ਇਹੀ ਦੋਸ਼ ਲੱਗ ਸਕਦਾ, ਹੋਰ ਕੋਈ। ਪਰ ਅੱਜ ਤੱਕ ਏਦਾਂ ਦਾ ਕਦੀ ਨਹੀਂ ਹੋਇਆ ਕਿ ਕਿਸੇ ਰਾਸ਼ਟਰਪਤੀ ਨੇ ਸੰਵਿਧਾਨ ਦੇ ਵਿਰੁੱਧ ਕੋਈ ਕੰਮ ਕੀਤਾ ਹੋਵੇ ਤੇ ਉਹਨਾਂ ਨੂੰ ਹਟਾ ਦਿੱਤਾ ਹੋਵੇ। ਤੋ ਰਾਸ਼ਟਰਪਤੀ ਜਿਹੜੇ ਹੈ ਉਹਨਾਂ ਨੂੰ ਹਟਾਣਾ ਬੜਾ ਮੁਸ਼ਕਿਲ ਹੈ। ਕਿਉਂ? ਕਿਉਂਕਿ ਦੋਨੋਂ ਸਦਨਾਂ, ਵਿਧਾਨ ਸਭਾ ਦੋਨੋਂ ਸਦਨਾਂ ਲੋਕ ਸਭਾ ਐਂਡ ਰਾਜ ਸਭਾ ਦੇ ਵਿੱਚ ਜਿਹੜਾ ਹੈ ਉਹ ਤੁਸੀਂ ਕੀ ਕਰਨਾ ਹੈ, 2/3 ਬਹੁਮਤ, 2/3 ਮੈਜੋਰਟੀ ਚਾਹੀਦੀ ਹੈ ਉਹਨਾਂ ਦੇ ਵਿਰੁੱਧ, VOTING ਚਾਹੀਦੀ ਹੈ ਉਹਨਾਂ ਨੂੰ ਹਟਾਉਣ ਵਾਸਤੇ। ਤੋ ਇੰਪੀਚਮੈਂਟ ਦਾ ਮਤਲਬ ਹੁੰਦਾ ਮਹਾਭਿਯੋਗ,
ਇਹਨੂੰ ਜੁਡੀਸ਼ੀਅਲ ਪਾਵਰਸ ਵੀ ਕਹਿੰਦੇ ਆ। ਤਾਂ ਇਹ ਜਿਹੜੇ ਹੈ ਇਹਦੇ ਅੰਡਰ ਆਉਂਦੀ ਹੈ। ਕਹਿੰਦਾ both the houses also can remove the judges of the Supreme Court and High Court ਬਾਬਾ ਹੈ ਸੇਮ। ਇਸੇ ਤਰ੍ਹਾਂ ਜੇ ਸੁਪਰੀਮ ਕੋਰਟ ਦੇ ਜੱਜ ਜਿਹੜੇ ਹੈਗੇ ਆ ਜਾਂ ਹਾਈ ਕੋਰਟ ਦੇ ਜੱਜ ਸੰਵਿਧਾਨ ਦੇ ਅਨੁਸਾਰ ਨਹੀਂ ਚੱਲਦੇ ਜਾਂ ਕੰਮ ਨਹੀਂ ਕਰਦੇ, ਉਹਨਾਂ ਨੂੰ ਵੀ ਮਹਾਭਿਯੋਗ ਦਾ ਇਸੇ ਤਰ੍ਹਾਂ ਵੋਟਿੰਗ ਕਰਕੇ 2/3 ਮੈਜੋਰਿਟੀ 2/3 ਬਹੁਮਤ ਨਾਲ ਪਾਸ ਕਰਕੇ ਉਹਨਾਂ ਨੂੰ ਹਟਾਇਆ ਜਾ ਸਕਦਾ। They can also remove the vice president. Such motion should be approved by the Lok Sabha. तो ये देखो हुण तीन आ गईयां। impeachment किहदी हो सकती है? impeachment राष्ट्रपति की हो सकती है, उपराष्ट्रपति की हो सकती है एंड जजेस की हो सकती है। ठीक है जी। और कौन विच शामिल हो सकता है? कंट्रोलर एंड ऑडिटर जनरल भी हो सकता है। और इच कौन शामिल हो सकता है? इलेक्शन कमिश्नर है ना, जिहड़ा इलेक्शन जिहड़ियां चोणां करांदा है, चोण कमिश्नर जिन्हों असीं कहने आ मुख चोण कमिश्नर, उन्होंने भी जिहड़ा है नहीं हटाया जा सकता। ऑडिटर जनरल जिहड़ा है उन्होंने भी नहीं हटाया जा सकता। मतलब हटाया जा सकता है, हटाना मुश्किल है, पर ये सदन विच जिहड़ा है वो वोटिंग करानी पेगी, फिर ही उन्होंने इंपीचमेंट हो सकती है, फिर उन्होंने इंपीचमेंट तो हटाया जा सकता। तो ये बच्चों सीगा पार्लीमेंट के बारे। ठीक है जी। तो पार्लीमेंट का पहला जिहड़ा अंग है वो करन लगे हैं, ਉਹਨੂੰ ਕਹਿੰਦੇ ਆਪਾਂ ਲੋਕ ਸਭਾ। ਹੁਣ ਲੋਕ ਸਭਾ ਦੇ ਉੱਪਰ ਆਪਾਂ ਡਿਟੇਲ ਦੇ ਵਿੱਚ ਜਾਵਾਂ one by one, ਇਹਨੂੰ ਅਸੀਂ ਕਰਾਂਗੇ। ਠੀਕ ਹੈ ਜੀ। ਇਹ ਲੋਕ ਸਭਾ ਜੀ ਸਾਡੀ ਠੀਕ ਹੈ। ਹੁਣ ਨਵੀਂ ਬਣ ਰਹੀ ਹੈ ਸੰਸਦ ਸਾਡੀ, ਹੈ ਨਾ, ਇਹ ਤਾਂ ਪੁਰਾਣੀ ਹੈ। formation of Lok Sabha. Lok Sabha is the first house of the parliament. ठीक है जी। जिस तरह पहला ऑर्गन की सीगा सरकार दा लेजिस्लेचर कार्ज विधान पालिका पहली सी, दूजी सी कार्यपालिका, तीसरी सी न्यायपालिका। उसी तरह कहता है कि पार्लीमेंट दा पहला अंग केड़ा है, पहला अंग की है लोक सभा इज द फर्स्ट हाउस ऑफ द, पहला अंग जिहड़ा है पार्लीमेंट दा लोक सभा। लोक मैं तुहानू पहले दस चुका, हुण फिर देखो इत्थे आ गया कि लोक सभा इज द लोअर हाउस ऑफ द पार्लियामेंट, लोअर हाउस है बेटा। ठीक है। इट इज ऑल्सो नोन एज हाउस ऑफ कॉमन्स। कई देखो कई ना क्वेश्चन देखो घुमा के पूछ सकते हैं कि हाउस ऑफ कॉमन्स किनू कहंदे, लोअर हाउस किनू कहंदे, ठीक है, टेंपरेरी हाउस किनू कहंदे। ठीक है। तो ये सारे ही क्वेश्चन बनते हैं, किसी किसी तरह भी तुहानू पूछ सकते हैं। तो तुहानू पता होना चाहिए कि इनू जिहड़ा है लोअर हाउस भी कहंदे आ, थल्ला सदन। हाउस ऑफ कॉमन कहंदे आ कि आम लोकां दा है, लोकां विच चुन के आंदे सिद्धे, इस करके हाउस ऑफ कॉमन्स है। ठीक है। पीपल, हाउस ऑफ पीपल भी कह सकते हैं। इट इज ऑल्सो नोन एज टेंपरेरी हाउस। मैं तुहानू दस्सिया कि टेंपरेरी क्यों होगा, क्योंकि हर 5 साल बाद सरकार जिहड़ी है वो भंग हो जाएगी, नवी सरकार चुन के आंदी है। पर जे संसद दे विच लोक सभा दे विच खास तौर पे अपना नो कॉन्फिडेंस मोशन कह लो तुसी कि अविश्वास मत, हाँ, अविश्वास हो जाए सरकार दे विरुद्ध की भी सरकार जिहड़ी है वो सही काम नहीं कर रही, और जो जिन्ने भी अंदर लोग बैठे है वो जे वोटिंग कर देन और सरकार दे विरुद्ध उन्होंने कहते हैं नो कॉन्फिडेंस मोशन कि सानू सरकार दे विश्वास नहीं है, यानी कि अविश्वास है कि वोटिंग कराओ। ते जे तो सरकार दे पक्ष विच पै जाण फिर तो सरकार रहिंदी है, नहीं तो सरकार जिहड़ी है वो गिर जाती है 5 साल तो पहला। ठीक है। तो ये जिहड़ी हैगी है फॉर्मेशन ऑफ लोक सभा सीगी, हाउस क्यों होंदे। हुण आपां इहदी डिटेल ले लांगे। लोक सभा नंबर ऑफ मैंबर्स बहुत इंपॉर्टेंट है बेटा, इन्हां च क्वेश्चन एक अद्धा बन ही जांदा है, तो कंफ्यूज नहीं होना, बड़ा सिंपल है कि जदों असी आज़ाद होए तो साडी जिहड़ी सीगी वो सीटां दी गिनती जिहड़ी है मैंबरां दी 500 सीगी। ठीक है। उस तो बाद एक गोवा दमन एंड दीव रीऑर्गेनाइजेशन एक्ट 1987 विच पास होया, ਉਹਦੇ ਵਿੱਚ ਆਪਾਂ ਸਭ ਤੋਂ ਜਨਸੰਖਿਆ ਦੇ ਹਿਸਾਬ ਨਾਲ ਅਸੀਂ 552 ਜਿਹੜੀਆਂ ਉਹ ਲੋਕ ਸਭਾ ਦੀਆਂ ਸੀਟਾਂ ਰੱਖੀਆਂ, 552 ਲੋਕ ਸਭਾ ਦੀ ਸੀਟਾਂ। ਲੇਕਿਨ ਜੇ ਸਾਨੂੰ ਕੁਐਸਚਨ ਪੁੱਛਦੇ ਕਿ ਵੀ ਪ੍ਰੈਜ਼ੈਂਟ ਜਾਂ ਲੋਕ ਸਭਾ ਦੀ ਕਿੰਨੀਆਂ ਸੀਟਾਂ ਹੈਗੀਆਂ,
ठीक है, एट प्रेजेंट तो 545। तो 545 का डिस्ट्रीब्यूशन की है, ये देख लो जरूर कि 545 ਚੋਂ 530 ਜਿਹੜੇ ਹੈ ਇਹ ਤਾਂ ਰਾਜਾਂ ਵਿੱਚੋਂ ਚੁਣ ਕੇ ਆਉਂਦੇ ਜਿਨ੍ਹਾਂ ਨੂੰ ਅਸੀਂ ਵੋਟਾਂ, ਠੀਕ ਹੈ। 13 ਜਿਹੜੇ ਹੈਗੇ ਆ ਉਹ ਯੂਟੀ ਚੋਂ ਆਉਂਦੇ, ਯੂਨੀਅਨ ਟੈਰੀਟਰੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਉਂਦੇ। 543 ਹੋ ਗਏ। 2 ਜਿਹੜੇ ਹੈ ਉਹ ਐਂਗਲੋ ਇੰਡੀਅਨ ਜਿਹੜੇ ਹੈ ਉਹ ਨਾਮਜ਼ਦ ਕਰਦੇ ਆ ਰਾਸ਼ਟਰਪਤੀ। तो ये सारे मिला के किन्ने बन गए 545। तो फिर 552 का की आइडिया है? 552 का ये आइडिया है कि जेडे यूटी सी ना यूनियन टैरेटरी इत्थे इत्थे 20 सीगे 20, तो 530 ते 550 ते 2 552 बन जाते। लेकिन इत्थे की होया कि इत्थे 7 सीटां खाली है, तो 13 हो गई ना, तो यही चल 7 खाली चल रही हैं। 530 राज्यां चों, 13 केंद्र शासित तो होनियां 20 चाहिए सी पर 13 है केंद्र शासित तो 2 नामजद करते ही राष्ट्रपति, तो 545 बन गया ये डिस्ट्रीब्यूशन। ठीक है जी, इत्थे भी लिखा, देखो इत्थे लिखता कि 552 देखो सीगियां टोटल, और 530 ਜਿਹੜੇ ਉਹ ਚੁਣ ਕੇ ਆਂਦੇ ਸੀ ਰਾਜਾਂ ਚੋਂ, 20 ਸੀਗਾ यूनियन टेरिटरीज। ठीक है, तो 20 आ देखो 13 ना 7 खाली, ते 2 एंग्लो इंडियन ਜਿਹੜੇ ਹੈ ਉਹ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ, ਤੇ ਇਹ 545 ਜਿਹੜੇ ਆ ਬਣ ਜਾਂਦੇ। ਨਾउ ਕਮਸ ਇਲੈਕਸ਼ਨਸ, ਲੋਕ ਸਭਾ ਦੇ ਇਲੈਕਸ਼ਨਸ ਜਿਹੜੇ ਆ ਕਿਸ ਤਰ੍ਹਾਂ ਹੁੰਦੇ। Members of the Lok Sabha are elected directly on the basis of universal adult franchise। एक शब्द ਤੁਹਾਨੂੰ ਆ ਜਾਂਦਾ ਹੈ क्वेश्चन कि what is universal adult franchise, इंग्लिश ਚ ਕਹਿੰਦੇ ਆ, ਪੰਜਾਬੀ ਚ ਕਹਿੰਦੇ ਆ ਬਾਲਗ ਮਤ ਅਧਿਕਾਰ। ਬਾਲਗ ਮਤ ਅਧਿਕਾਰ ਕੀ ਹੈ ਕਿ ਉਹ ਬੱਚਾ ਜਿਹੜਾ ਜਾਂ ਉਹ ਯੁਵਾ ਜਿਹੜਾ 18 ਸਾਲ ਦਾ ਹੋ ਜਾਂਦਾ, ਉਹਨੂੰ ਸਰਕਾਰ ਰਾਈਟ ਦਿੰਦੀ ਹੈ, ਰਾਈਟ ਟੂ ਵੋਟ, ਵੋਟ ਪਾਉਣ ਦਾ ਅਧਿਕਾਰ ਦਿੰਦੇ, ਉਹਨੂੰ ਕਹਿੰਦੇ ਆ ਬਾਲਗ ਮਤ ਅਧਿਕਾਰ, ਯੂਨੀਵਰਸਲ ਐਡਲਟ ਫਰੈਂਚਾਈਜ਼। तो ਮੈਂਬਰ ਆਫ ਲੋਕ ਸਭਾ ਜਿਹੜੇ ਚੁਣੇ ਜਾਂਦੇ ਆ ਉਹਨਾਂ ਬੰਦਿਆਂ ਦੁਆਰਾ ਜਿਹੜੇ 18 ਸਾਲ ਤੋਂ ਉੱਪਰ ਹੈ, ਜਿਹੜੇ ਵੋਟ ਪਾ ਸਕਦੇ। ਆਲ ਕਨਸਟੀਟੂਐਂਸੀ ਹੈਵ ਸਿੰਗਲ ਮੈਂਬਰਸ਼ਿਪ, ਇੱਕ ਬੰਦਾ ਇੱਕ ਵਾਰੀ ਵੋਟ ਇੱਕੋ ਹੀ ਪਾ ਸਕਦਾ ਹੈ। ਔਰ ਅਡਲਟ ਕੌਣ ਹੈ? ਪਰਸਨ ਹੂ ਅਟੇਨ ਦ ਏਜ ਆਫ 18। ਹੁਣ ਤੁਸੀਂ ਦੇਖੋ ਅੱਜ ਕੱਲ ਵੋਟਾਂ ਬੈਲਟ ਨਾਲ ਪਹਿਲਾਂ ਪੈਂਦੇ ਸੀ, ਹੁਣ ਆ ਦੇਖੋ ਮਸ਼ੀਨ ਹੈ। ਠੀਕ ਹੈ, ਇਹ तो अलग-अलग ਪਾਰਟੀਆਂ, ਠੀਕ ਹੈ, ਔਰ ਤੁਸੀਂ ਉੱਥੇ ਸਿੰਬਲ ਦਿੱਤੇ, ਇਹਨੂੰ ਤੁਸੀਂ ਪ੍ਰੈਸ ਕਰਨਾ ਹੈ, ਉਹਨੂੰ ਵੋਟ ਪਾ ਦੇਣੀ, ਪੈ ਜਾਣੀ ਹੈ। ਠੀਕ ਹੈ, तो ਇਹ ਮਸ਼ੀਨ ਹੈਗੀ, ਇਹ ਲੋਕਾਂ ਨੂੰ ਵੀ ਅਸੀਂ ਇਦਾਂ ਹੀ ਜਿਹੜੇ ਹੈਗੇ ਸਮਝਾਉਂਦੇ ਆ। ਤੁਹਾਨੂੰ ਬੱਚੇ ਕੁਝ ਹੋਣਗੇ 18 ਸਾਲ ਦੇ ਹੀ ਹੋਣ ਵਾਲੇ ਹੋਣਗੇ, तो ਇਹ ਜਿਹੜਾ ਹੈ ਵੋਟ ਪਾਉਣ ਦਾ ਤਰੀਕਾ ਹੈ। ਦੈਨ ਟਰਮ ਆਫ ਲੋਕ ਸਭਾ, ਲੋਕ ਸਭਾ ਜਿਹੜੀ ਹੈ ਉਹ ਕਿੰਨੀ ਦੇਰ ਲਈ ਚੁਣੀ ਜਾਂਦੀ ਹੈ। ਠੀਕ ਹੈ, तो ਟਰਮ ਆਫ ਲੋਕ ਸਭਾ ਇਜ਼ 5 years, 5 ਸਾਲ ਲਈ ਜਿਹੜੀ ਚੁਣੀ ਜਾਂਦੀ। ਮੈਂ ਤੁਹਾਨੂੰ ਪਹਿਲੇ ਦੱਸਿਆ ਕਿ 5 ਸਾਲ ਲਈ ਚੁਣੀ ਜਾਏਗੀ, 5 ਸਾਲ ਤੋਂ ਉੱਪਰ ਨਹੀਂ ਹੋ ਸਕਦੀ। ਹਾਂ 5 ਸਾਲ ਤੋਂ ਘੱਟ ਜ਼ਰੂਰ ਹੋ ਗਏ, ਉਹ ਵੀ ਉਦੋਂ ਜਦੋਂ ਲੋਕ ਸਭਾ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਹੋ ਜਾਏ, ਅਵਿਸ਼ਵਾਸ ਦਾ ਮਤਾ ਪਾਸ ਹੋ ਕੇ ਸਰਕਾਰ ਜਿਹੜੀ ਹੈ, ਸਰਕਾਰ ਦੇ ਵਿਰੁੱਧ ਵੋਟਾਂ ਪਾ ਕੇ ਉਹ ਫਿਰ ਸਰਕਾਰ ਜਿਹੜੀ ਹੈ ਉਹ ਆਪਣੇ ਨੂੰ ਅਸਤੀਫਾ ਦੇਣਾ ਪੈਂਦਾ ਹੈ ਪ੍ਰਧਾਨ ਮੰਤਰੀ ਨੂੰ। ਤਾਂ ਇਹ ਇਹਦਾ ਪ੍ਰੋਸੀਜਰ। On the advice of Prime Minister, the President can dissolve the Lok Sabha। ਆ ਦੇਖੋ ਨੈਕਸਟ ਸਟੈਪ ਉਹਨੇ ਕਹਿਤਾ ਕਿ ਪ੍ਰਾਈਮ ਮਿਨਿਸਟਰ ਜਿਹੜੇ ਹੈ ਉਹਨਾਂ ਦੇ ਸੁਝਾਅ ਤੇ ਪ੍ਰੈਜ਼ੀਡੈਂਟ ਜਿਹੜੇ ਹੈ ਉਹ ਲੋਕ ਸਭਾ ਨੂੰ ਡਿਸੋਲਵ ਕਰ ਸਕਦੇ ਆ 5 ਸਾਲ ਤੋਂ ਪਹਿਲਾਂ ਵੀ। ਔਰ ਇਟ ਇਜ਼ ਵੈਰੀ ਇੰਪੋਰਟੈਂਟ ਕਿ ਲੋਕ ਸਭਾ ਹੈਜ਼ ਬੀਨ ਡਿਸੋਲਵ 9 ਟਾਈਮਸ ਟਿਲ ਨਾਓ। ਜਦ ਤੋਂ ਅਸੀਂ ਆਜ਼ਾਦ ਹੋਏ ਹਾਂ 9 ਵਾਰੀ ਸਰਕਾਰਾਂ ਜਿਹੜੀਆਂ ਨੋ ਕੌਨਫੀਡੈਂਸ ਮੋਸ਼ਨ ਤੋਂ ਡਿੱਗ ਗਈਆਂ 5 ਸਾਲ ਖਤਮ ਹੋਣ ਤੋਂ ਪਹਿਲਾਂ 9 टाइम्स। तो क्वालिफिकेशन आ जाता है नेक्स्ट की क्वालिफिकेशन ऑफ लोक सभा और लोक सभा मेंबर। तो पहला आएगा कि ही शुड बी सिटीजन ऑफ इंडिया, पहली गल है कि नागरिक होना चाहिए भारत का। फिर आएगा ही शुड बी एट एज ऑफ 25 और मोर, 25 साल तो जड़ा है ਉਹਦੀ ਉਮਰ ਵੱਧ ਹੋਣੀ ਚਾਹੀਦੀ ਹੈ। एंड ही शुड नॉट होल्ड एन ऑफिस ऑफ प्रॉफिट अंडर द इंडियन गवर्नमेंट और एनी स्टेट गवर्नमेंट। प्रॉफिट मतलब कोई भी अਹੁਦੇ ਤੇ ਸਰਕਾਰੀ ਅਹੁਦੇ ਤੇ ਨਾ ਲੱਗਿਆ ਹੋਵੇ। ठीक है, ਇਹ ਨਹੀਂ ਹੋਣਾ ਚਾਹੀਦਾ ਸਰਕਾਰੀ ਨੌਕਰੀ ਤੇ ਨਾ ਲੱਗਾ ਹੋਵੇ, ਅਹੁਦੇ ਤੇ ਨਾ ਲੱਗਾ ਹੋਵੇ, ਉਹਨੂੰ ਕਹਿੰਦੇ ਆਫਿਸ ਆਫ ਪ੍ਰੋਫਿਟ, ਉੱਥੇ ਨਹੀਂ ਲੱਗਣਾ ਚਾਹੀਦਾ ਕਿਤੇ ਵੀ ਇੰਡੀਅਨ ਔਰ ਸਟੇਟ ਗਵਰਨਮੈਂਟ। ਹੀ ਸ਼ੁਡ ਨਾਟ ਬੀ ਡਿਕਲੇਅਰਡ ਐਜ਼ ਮੈਂਟਲੀ ਡਿਸੇਬਲਡ। ਉਹ ਤਾਂ ਪਤਾ ਹੀ ਹੈ ਜੀ ਕਿ ਦੇਖੋ ਜੇ ਕੋਈ ਪਾਗਲ ਨੂੰ ਥੋੜੀ ਬਣਾ ਦੇਣਗੇ ਮੈਂਬਰ,
तो पर फिर भी चलो एक क्वालिफिकेशन ਦੇ ਵਿੱਚ ਆਪਾਂ ਐਡ ਉਹਨੂੰ ਕੀਤਾ ਹੋਇਆ ਕਿ he should not be declared as mentally disabled through any court and should not be bankrupt। ਨਾ ਉਹਦਾ ਦਿਵਾਲੀਆ ਨਿਕਲਿਆ ਹੋਵੇ, ਕਿਸੇ ਬੈਂਕ ਨੇ ਪੈਸੇ ਦੇਣੇ ਹੋਣ ਉਹਨੇ, ਤੇ ਨਾ ਹੀ ਉਹ ਪਾਗਲ ਗਿਆ ਹੋਵੇ, ਮੈਂਟਲੀ ਡਿਸੇਬਲਡ ਹੋਵੇ। तो मेन ਜਿਹੜੀ ਹੈਗੀਆਂ ਇਹ ਤਾਂ ਨਾਰਮਲ ਹੈ ਤੇ ਯਾਦ ਰਹੀ ਜਾਂਦੀਆਂ। ਸਿਟੀਜ਼ਨ ਆਫ ਇੰਡੀਆ ਵੀ ਹੋਣਾ ਚਾਹੀਦਾ, ਭਾਰਤ ਦਾ ਨਾਗਰਿਕ। तो दो ਹੈਗਾ, ਦੋ ਵਿੱਚ ਇੰਪੋਰਟੈਂਟ ਹੈ ਕਿ ਇੱਕ ਤਾਂ 25 ਸਾਲ ਤੋਂ ਉਮਰ ਵੱਧ ਹੋਵੇ ਔਰ ਕਿਸੇ ਵੀ ਸਰਕਾਰੀ ਅਹੁਦੇ ਤੇ ਨਾ ਲੱਗਾ ਹੋਵੇ। These two are important, ठीक है। तो ਇਹ ਕੁਆਲੀਫਿਕੇਸ਼ਨਸ ਹੋਣੀਆਂ ਨੇ ਲੋਕ ਸਭਾ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਜੀ ਆਫੀਸਰਸ ਆਫ ਲੋਕ ਸਭਾ। ਲੋਕ ਸਭਾ ਦੇ ਅਫਸਰ ਕੌਣ ਹੁੰਦੇ ਆ? ਤੁਸੀਂ ਦੇਖਿਆ ਹੋਣਾ, ਇਹ ਤਾਂ ਚਲੋ ओल्ड पिक्चर है, ये भी ओल्ड पिक्चर है। ਹੁਣ ਇੱਥੇ ਜਿਹੜੇ ਹੈਗੇ ਆ ਉਹ ਚੇਂਜ ਹੋ ਗਏ ਆ, ਠੀਕ ਹੈ ਜੀ। ਤਾਂ ਆਫੀਸਰਸ ਆਫ ਦ ਲੋਕ ਸਭਾ ਸਪੀਕਰ ਔਰ ਡਿਪਟੀ ਸਪੀਕਰ ਦੋ ਹੁੰਦੇ ਆ। ਹੂ ਇਲੈਕਟ ਸਪੀਕਰ ਐਂਡ ਡਿਪਟੀ ਸਪੀਕਰ, ਕੌਣ ਕਰਦਾ ਇਲੈਕਟ? ਇਹ ਚ ਵੀ ਉਹ ਦੇਖੋ, ਇੱਕ ਆਰਟੀਕਲ ਸੀ 54 ਫॉर ਪ੍ਰੈਜ਼ੀਡੈਂਟ, 66 ਸੀ ਫॉर ਪ੍ਰਾਈਮ ਮਿਨਿਸਟਰ, ਔਰ ਸਪੀਕਰ ਵਾਸਤੇ ਹੈਗਾ 93। तो 93 ਜਿਹੜਾ ਹੈ ਕਨਸਟੀਟਿਊਸ਼ਨ ਦਾ, ਉਹ ਕਹਿੰਦਾ ਹੈ ਕਿ ਲੋਕ ਸਭਾ ਦੇ ਵਿੱਚ ਸਪੀਕਰ ਤੇ ਡਿਪਟੀ ਸਪੀਕਰ ਆਪਣੇ ਹੀ ਵਿੱਚੋਂ ਬਣਾਇਆ ਜਾਏ। ਹੁਣ ਆਪਣੇ ਹੀ ਵਿੱਚੋਂ ਬਣਾਇਆ ਜਾਏ, ਉਹਨੂੰ ਬਣਾਇਆ ਜਾਂਦਾ ਹੈ ਜਿਹਦੀ ਸਰਕਾਰ ਹੁੰਦੀ, ਜਿਹੜੀ ਸਭ ਤੋਂ ਜ਼ਿਆਦਾ ਸੀਟਾਂ ਆਈਆਂ ਉਹਨਾਂ ਵਿੱਚੋਂ ਹੀ ਸਹਿਮਤੀ ਨਾਲ ਆ ਜਾਂਦਾ। ਬਾਕੀ ਸਪੋਰਟ ਕਰਦੇ ਆ, ਕਰਨੀ ਪੈਣੀ, ਕਿਉਂਕਿ ਉਹ ਸਰਕਾਰ ਜਿਹੜੀ ਹੈਗੀ ਉਹਦਾ ਸਪੀਕਰ ਬਣਨਾ ਤੇ ਨੋ ਡਾਊਟ। ਪਰ ਉਹ ਬੰਦਾ ਜਿਹੜਾ ਹੈ ਸਾਰਿਆਂ ਨੂੰ ਜਿਹੜਾ ਹੈ ਨਾਲ ਲੈ ਕੇ ਚੱਲਦਾ। ਇਹ ਨਹੀਂ ਕਿ ਆਪਣੇ ਬੰਦਿਆਂ ਨੂੰ, ਜੇ ਉਹਨਾਂ ਦੀ ਸਰਕਾਰ ਹੈ ਤੇ ਉਹਨਾਂ ਨੂੰ ਬੋਲਣ ਦਾ ਅਧਿਕਾਰ ਦਿੰਦਾ। ਸਪੀਕਰ ਜਿਹੜਾ ਹੈ ਫਿਰ ਉਹ ਸਪੀਕਰ ਪਾਰਟੀ ਦਾ ਨਹੀਂ ਕਹਿੰਦਾ, ਫਿਰ ਉਹ ਹਾਊਸ ਦਾ ਸਪੀਕਰ ਬਣ ਜਾਂਦਾ, ਲੋਕ ਸਭਾ ਦਾ ਸਪੀਕਰ ਬਣ ਜਾਂਦਾ ਹੈ ਕਿ ਉਹ ਕੰਟਰੋਲ ਕਰਦਾ। ਜਿਹਦਾ ਮੋਨੀਟਰ ਹੁੰਦਾ ਕਲਾਸ ਦੇ ਵਿੱਚ, ਉਹਨਾਂ ਬੱਚਿਆਂ ਦੇ ਬਣਾ ਲੈਂਦੇ ਆ ਕਿ ਤੁਸੀਂ ਕੰਟਰੋਲ ਕਰਨਾ ਵੇ, ਠੀਕ ਹੈ, ਠੀਕ ਹੈ। ਹੁਣ ਇਹ ਥੋੜਾ ਕਿ ਜੇ ਮੁੰਡਿਆਂ ਤੋਂ ਬਣਾਤਾ ਤੇ ਮੁੰਡਿਆਂ ਨੂੰ ਬੋਲਣ ਨੂੰ ਦਊਗਾ, ਕੁੜੀਆਂ ਨੂੰ ਦਊਗਾ, ਜਾਂ ਕੁੜੀਆਂ ਨੂੰ ਬਣਾਤਾ ਮੁੰਡਿਆਂ ਨੂੰ ਨਹੀਂ ਬੋਲਣ ਨੂੰ, ਨਹੀਂ, ਨਾਟ ਲਾਈਕ ਦਿਸ। ਫਿਰ ਉਹ ਦੋਨਾਂ ਦਾ ਬਣ ਜਾਂਦਾ, ਕੁੜੀਆਂ ਦਾ ਵੀ ਮੁੰਡਿਆਂ ਦਾ, ਦੋਨਾਂ ਨੂੰ ਬਰਾਬਰ ਰੱਖਦਾ, ਰਾਈਟ, ਠੀਕ ਹੈ। हाँ जी इस तरह मेरे हाँ जी सर करना होर कि मेरे ख्याल ਅੱਜ ਦਾ ਕੋਈ ਹੈਗਾ? ਹੈਗਾ ਤਾਂ ਹੈ, ਪਰ ਤੁਸੀਂ ਦੇਖੋ ਕਿ ਹੈਗਾ ਟਾਈਮ, ਇਹ ਕਰ ਸਕਦੇ ਕੰਟੀਨਿਊ ਕਿਦਾਂ? 5 ਵੱਜ ਗਏ ਨੇ ਉਦਾਂ, ਮੈਂ ਆਖਿਆ ਤੁਹਾਡੇ ਕੋਲ ਮੈਂ ਪੁੱਛ ਲਵਾਂ। ਠੀਕ ਹੈ ਸਰ, ਫਿਰ ਇਹਨੂੰ ਕੰਟੀਨਿਊ ਕਰ ਲਾਂਗੇ ਫਿਰ ਜਦੋਂ ਨੈਕਸਟ ਹੋਏਗਾ। ਹਾਂਜੀ ਠੀਕ ਹੈ ਸਰ, ਇੱਥੇ ਕਰ ਦੇਣਾ। ਹਾਂਜੀ ਠੀਕ ਹੈ, ਥੈਂਕ ਯੂ ਚਿਲड्रन, ਥੈਂਕ ਯੂ ਸਟੂਡੈਂਟਸ, Thank you, sir. Thank you. Thank you, sir. Thank you, sir. ਥੈਂਕ ਯੂ। ਓਕੇ ਬੇਟਾ, Thank you, Bye. sir. Thank you, sir. ਓਕੇ Thank you, sir. ਖਰਾਬ ਸੀਗਾ ਭਈਆ, ਥੱਲੇ ਤਾਂ ਦੇਖੋ। Thank you, sir. Thank you, sir. ਹਾਂਜੀ ਬੱਚੇ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਬੱਚਿਆਂ ਨੇ ਕਲਾਸ ਲਗਾਈ ਹੈ, ਔਰ ਸਪੈਸ਼ਲੀ ਹਰਸ਼ ਲੂੰਬਾ ਸਰ ਜਿਨ੍ਹਾਂ ਨੇ ਇੰਨੀ ਮਿਹਨਤ ਦੇ ਨਾਲ ਜਿਹੜਾ ਹੈ ਇਹ ਲੈਕਚਰ ਦੇ ਜਿਹੜੇ ਪੁਆਇੰਟਸ ਇਕੱਠੇ ਕੀਤੇ ਨੇ, ਔਰ ਬਹੁਤ ਸੋਹਣਾ ਜਿਹੜਾ ਆਪਣੇ ਤੁਹਾਨੂੰ ਡਿਸਪਲੇ ਵੀ ਕੀਤਾ ਹੈ, ਸਾਰੀ 1 by 1 ਜਿਹੜਾ ਡਿਸਪਲੇ ਕੀਤਾ ਹੈ। ਔਰ ਇੱਕੋ ਹੀ ਕਹਿਣਾ ਹੈ ਮੇਰਾ ਸਾਰੇ ਬੱਚਿਆਂ ਨੂੰ ਕਿ ਆਪਣੇ ਇੱਕ ਨੋਟਬੁੱਕ ਜ਼ਰੂਰ ਰੱਖਿਆ ਕਰੋ ਨਾਲ, ਜਦੋਂ ਵੀ ਲੈਕਚਰ ਦਿੱਤਾ ਜਾ ਰਿਹਾ ਹੁੰਦਾ ਤਾਂ ਪੁਆਇੰਟ ਜਿਹੜੇ ਤੁਹਾਨੂੰ ਇੰਪੋਰਟੈਂਟ ਲੱਗਦੇ ਨੇ ਉਹਨਾਂ ਨੂੰ ਨੋਟ ਕਰ ਲਿਆ ਕਰੋ ਜ਼ਰੂਰ, ਔਰ ਕੋਈ ਕੁਐਰੀ ਹੋਏ ਤਾਂ ਲਾਸਟ ਵਿੱਚ ਜ਼ਰੂਰ ਪੁੱਛਿਆ ਕਰੋ। ਤਾਂ ਫਿਰ ਵੀ ਅਗਰ ਤੁਸੀਂ ਚਾਹੁੰਦੇ ਆ ਕਿ ਆਪਣੀ ਕਲਾਸ ਖਤਮ ਹੋ ਜਾਂਦੀ ਹੈ, ਕੋਈ ਕੁਐਰੀ ਰਹਿ ਜਾਂਦੀ ਹੈ, ਤਾਂ ਆਪਣੇ ਕਲਾਸ ਟੀਚਰਸ ਨੂੰ ਵੀ ਤੁਸੀਂ ਉਸ ਦੇ ਬਾਰੇ ਪੁੱਛ ਸਕਦੇ ਹੋ। ਸੋ ਥੈਂਕ ਯੂ ਵੈਰੀ ਮਚ ਆਲ ਦਾ ਸਟੂਡੈਂਟਸ and especially Harsh Lumba sir. So okay sir, thank you. Thank you sir. Now I am going to end the class. Thank you sir. Thank you.